हो सड़क ते रोड़ी कुट रहियां मटियारां नू वेखो, हो मैली रंग मना रहियां बहारां नू वेखो। सड़क ते रोड़ी कुट रहियां मटियारां नू वेखो। इस गाने नू सड़क ते रोड़ी गाने नू 5-5 6-6 वार मेरे को सुनिया जाता ही। अच्छा, इन्ना मतलब प्यारा लगता सी सॉन्ग, कोई जां अंदाज कोई गाउण दा जां दर्द थोड़ा जिहा वधिया लगदा। ते बड़ा मानक साहब ने मैनूं शाबाशी दित्ती ते बड़े खुश होए, पैसे भी उन्होंने दित्ते, आशीर्वाद ते देना सीगा, बहुत खुश होए मानक साहब। ते जदों इन्ना इहो ਜਿਹੇ उस्तादां दा आशीर्वाद होवे ते मालक दी आपे किरपा हो जांदी। मेरे ते उन्हां ਉਹ ਮਾਨਕ ਸਾਹਿਬ ਦਾ ਵੀ ਥਾਪੜਾ ਮੈਨੂੰ ਮਿਲਿਆ। ਸੁਖਸ਼ਿੰਦਰ ਸ਼ਿੰਦਾ ਜੀ ਨੇ ਜਿਨ੍ਹਾਂ ਨੇ ਮੈਨੂੰ ਬ੍ਰੇਕ ਦਿੱਤੀ ਜਦੋਂ ਮਤਲਬ ਊਧਮ ਸਿੰਘ ਦੀ ਵਾਰ ਤੋਂ, ਤੇ ਉਹ ਜਿਹੜੀ ਸ਼ਿੰਦਾ ਜੀ ਨੇ ਜਦੋਂ ਮੇਰੀ ਮੁਲਾਕਾਤ ਹੋਈ ਆ ਤੇ ਸ਼ਿੰਦਾ ਜੀ ਨੇ ਮੇਰੇ ਜਿਹੜੇ ਇੱਕ ਦੋ ਜਿਹੜੇ ਸੌਂਗ ਕੀਤੇ ਸੀ ਉਹਨਾਂ 'ਚੋਂ ਤਕਰੀਬਨ ਉਹ ਮਾਲਕ ਦੀ ਕਿਰਪਾ ਹੋਈ, ਉਹ ਜਿਹੜਾ ਵੀ ਉਹਨਾਂ ਨੇ ਸੌਂਗ ਦਿੱਤਾ ਮਾਰਕੀਟ ਤੋਂ ਬਹੁਤ ਲੋਕਾਂ ਪਸੰਦ ਕੀਤਾ, ਮਾਣ ਮਿਲਿਆ। ਇੰਗਲੈਂਡ ਹੋਵੇ ਭਾਵੇਂ ਅਮਰੀਕਾ ਵਈ, ਸਾਡੇ ਜੂਣ ਦਾ ਹੈ ਵੱਖਰਾ ਤਰੀਕਾ ਵਈ, ਰੱਬ ਸਦਾ ਰੱਖੇ ਗੁੱਡੀਆਂ ਯਤਾਂ, ਮੁੱਲ ਮੋੜ ਦਿੰਦਾ ਹਰ ਗੱਲ ਦਾ, ਹਰ ਥਾਂ ਤੇ ਮਿੱਤਰਾਂ ਦਾ ਨਾਂ ਉਹ ਡਾਲਰਾਂ ਦੇ ਵਾਂਗ ਚੱਲਦਾ। ਮੇਰਾ ਆਪਣਾ ਸਟਾਈਲ ਆ ਗਾਉਣ ਦਾ, ਉਹਨਾਂ ਦਾ ਵੀਰ ਦਾ ਆਪਣਾ ਸੀਗਾ, ਮੈਨੂੰ ਕੋਈ ਵੈਸੇ ਨਹੀਂ ਤਰਾਜ਼ਗੀ। ਮੈਂ ਮੇਰਾ ਤੇ ਗਜਰੇ ਬੋਲਦੇ ਗਾਣਾ ਜਿਹੜਾ ਸੀ ਉਹ ਚੋਰੀ ਕਰ ਲਿਆ ਸੀਗਾ ਰਣਜੀਤ ਬਾਠ ਨੇ, ਹਾਂ, ਤੇ ਮੈਂ ਉਦੋਂ ਅਸੀਂ ਨਹੀਂ ਉਹ ਕਿਹਾ ਚੱਲ ਯਾਰ ਕੋਈ ਗੱਲ, ਉਹ ਕਦੇ ਵੀ ਕਿਸੇ ਦਾ ਮਾੜਾ ਨਹੀਂ ਉਹ ਤੱਕਦੇ, ਬਸ ਉਹਦੀ ਰਜਾ ਵਿੱਚ ਰਹੀਏ ਸਦਾ ਵਸਦੇ। ਸਾਨੂੰ ਪੱਗਾਂ ਫੱਬਦੀਆਂ ਨੇ, ਪੱਗਾਂ ਫੱਬਦੀਆਂ ਨੇ, ਸਾਡੀ ਵੱਖਰੀ ਟੌਰ ਨਵਾਬੀ, ਸਾਡੀ ਕੌਮ ਹੈ ਸ਼ੇਰਾਂ ਦੀ, ਸ਼ੇਰਾਂ ਦੀ, ਸਾਨੂੰ ਕਹਿੰਦੇ ਲੋਕ ਪੰਜਾਬੀ, ਸਾਡੀ ਕੌਮ ਹੈ ਸ਼ੇਰਾਂ ਦੀ, ਉਹ ਸ਼ੇਰਾਂ ਦੀ, ਸਾਨੂੰ ਕਹਿੰਦੇ ਲੋਕ ਪੰਜਾਬੀ। ਤੁਸੀਂ ਗੱਡਿਆਂ ਦੀ ਗੱਲ ਕੀਤੀ ਆ, ਗੱਡਿਆਂ ਤੇ ਟਰਾਲੀਆਂ ਤੇ ਸਟੇਜਾਂ ਬਹੁਤ ਕੀਤੀਆਂ ਤੇ ਵਾਕਈ ਉਹ ਜਿਹੜਾ ਸਮਾਂ ਸਪੀਕਰਾਂ ਵਾਲਾ, ਗੱਡਿਆਂ ਵਾਲਾ, ਜਿਹੜਾ ਬਲਦਾਂ ਵਾਲਾ ਆਦਿ, ਮੇਰੇ ਗਾਣਿਆਂ 'ਚ ਮੈਨੂੰ ਸੱਭਿਆਚਾਰ ਗਾਣੇ ਵਧੀਆ ਲੱਗਦੇ ਕਿਉਂਕਿ ਸੱਭਿਆਚਾਰ ਨਾਲ ਜੁੜੇ ਆ। ਦੌਰ ਸੀਗਾ ਨਾ ਵਧੀਆ ਸੀਗਾ, ਸਾਨੂੰ ਉਹ ਗਾਣੇ ਜ਼ਬਾਨੀ ਯਾਦ ਕਰਨੇ, ਤਵਿਆਂ ਤੇ ਨਾ ਕੋਈ ਸੁਣਨ ਨੂੰ ਹੋਣਾ ਸਾਤੋਂ, ਉਦੋਂ ਹਾਣ ਤੇ ਕਿੰਨੇ ਸਿਸਟਮ ਆ ਗਏ, ਤੇ ਪਹਿਲਾਂ ਗਾਣੇ ਨੂੰ ਉੱਥੇ ਤਵਿਆ ਮਸ਼ੀਨ ਵਾਲੇ ਨੂੰ ਕਹਿਣਾ ਲਾ ਫਿਰ ਸਪੀਕਰ 'ਚੋਂ ਸੁਣਨਾ, ਇਹ ਚੀਜ਼ਾਂ ਜਿਹੜੀਆਂ ਉਹ ਬਹੁਤ ਵਧੀਆ ਸੀ। ਹੋਤੀਆਂ ਤੇ ਤਰਿੰਜਣਾ ਆਪਾਂ ਭੁੱਲ ਗਏ ਹਾਂ, ਵੈਸਟਰਨ ਵਾਲੇ ਵਿਰਸੇ ਉੱਤੇ ਡੁੱਲ ਗਏ ਹਾਂ, ਬੈਤੀਆਂ ਤੇ ਤਰਿੰਜਣਾ ਆਪਾਂ ਭੁੱਲ ਗਏ ਹਾਂ, ਵੈਸਟਰਨ ਵਾਲੇ ਵਿਰਸੇ ਉੱਤੇ ਡੁੱਲ ਗਏ ਹਾਂ। ਹੋ ਕੋਈ ਨਾ ਸਾਨੂੰ ਜਾਣੇ ਸੱਭਿਆਚਾਰ ਬਿਨਾ, ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾ, ਬਈ ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾ। ਵਾਹ, ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾ, ਇਹ ਗੀਤ ਤੁਸੀਂ ਸੁਣਿਆ, ਡਾਲਰ ਇਹਨਾਂ ਦਾ ਗੀਤ ਸੁਣਿਆ, ਲਾਲ ਚੂੜੇ ਵਾਲੀਏ, ਉਸ ਤੋਂ ਇਲਾਵਾ ਬਹੁਤ ਸਾਰੇ ਹੋਰ ਗੀਤ ਜਿਹਦਾ ਅਸੀਂ ਹੌਲੀ ਹੌਲੀ ਗੱਲ ਕਰਾਂਗੇ, ਹੈ ਨਾ। ਮਨਜੀਤ ਪੱਪੂ ਹੀ ਸਾਡੇ ਨਾਲ ਮੌਜੂਦ ਨੇ। ਵੈਸੇ ਨਾਮ ਅਸੀਂ ਦੱਸੀਏ ਇੰਨੀ ਹੈ ਨਾ, ਕੋਈ ਲੋੜ ਨਹੀਂ ਕਿਉਂਕਿ ਸਾਰੇ ਜਾਣਦੇ ਹੀ ਹੈ, ਡਾਲਰਾਂ ਵਾਂਗ ਤਾਂ ਤੁਹਾਡਾ ਨਾਮ ਚੱਲਿਆ ਹੋਇਆ, ਹਰ ਕੋਈ ਤੁਹਾਨੂੰ ਜਾਣਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਨਜੀਤ ਪੱਪੂ ਜੀ। ਥੈਂਕ ਯੂ ਜੀ। ਸੋ ਤੁਹਾਡੇ ਸਫ਼ਰ ਬਾਰੇ ਵੈਸੇ ਤਾਂ ਬਹੁਤ ਸਾਰੇ ਲੋਕ ਜਾਣਦੇ ਹੈ, ਤੁਸੀਂ ਕਿੱਦਾਂ ਸ਼ੁਰੂਆਤ ਕੀਤੀ ਜਦੋਂ ਨਿੱਕੇ ਹੁੰਦੇ ਸੀਗੇ, ਹੈ ਨਾ। ਤੁਸੀਂ ਉਦੋਂ ਤੋਂ ਹੀ ਸਟੇਜ 'ਤੇ ਜਿਹੜਾ ਹੈ ਗਾਉਣਾ ਸ਼ੁਰੂ ਕਰ ਦਿੱਤਾ ਸੀਗਾ, ਥੀਏਟਰ ਵੀ ਜਿਹੜਾ ਹੈ ਜਾਂਦੇ ਸੀਗੇ, ਤੇ ਉਸ ਤੋਂ ਬਾਅਦ ਫਿਰ ਤੁਹਾਡੀ 1986 'ਚ ਮੈਨੂੰ ਲੱਗਦਾ ਪਹਿਲੀ ਐਲਬਮ ਤੁਸੀਂ ਜਾ ਕੇ ਦਿੱਲੀ ਕੀਤੀ। ਹਾਂਜੀ। ਉਸ ਤੋਂ ਬਾਅਦ 87 ਵਿੱਚ ਫਿਰ ਥੋੜ੍ਹਾ ਗੈਪ ਆ ਗਿਆ। ਇਹ ਸਾਰੀਆਂ ਗੱਲਾਂ ਜਾਣਾਂਗੇ ਕਿ ਕਿਉਂ ਗੈਪ ਆਇਆ। 86 ਵਿੱਚ ਤੁਸੀਂ ਜਦੋਂ ਪਹਿਲੀ ਐਲਬਮ ਕੀਤੀ ਹੈ ਤਸੀਆਂ ਯਾਰ ਤਸੀਆਂ ਕੱਟਣਗੇ, ਯਾਰ ਤਸੀਏ ਕੱਟਣਗੇ, ਇਹ ਉਦੋਂ ਤਵੇ ਹੀ ਬਣਦੇ ਸੀਗੇ। ਤਵੇ ਉਦੋਂ HMV ਕੰਪਨੀ ਸੀ ਇੱਕ, ਤੇ ਇੱਕ ਅਨਰੀਕੋ ਕੰਪਨੀ ਸੀਗੀ ਦਿੱਲੀ ਦੇ ਵਿੱਚ, ਹੋਰ ਕੋਈ ਕੰਪਨੀ ਨਹੀਂ ਸੀ। ਕਿਉਂਕਿ ਅਸੀਂ ਬਹੁਤ ਸੰਘਰਸ਼ ਕੀਤਾ, ਆਡੀਸ਼ਨ ਦੇਣ ਜਾਣੀ HMV 'ਚ ਬੜੀ ਮੁਸ਼ਕਲਾਂ ਨਾਲ, ਬੜਾ ਔਖਾ, ਟ੍ਰੇਨ ਲੈਣੀ ਕਈ ਰਾਂ, ਬੜਾ ਜੇਬ 'ਚ ਪੈਸੇ ਬਣਾਉਣੇ ਬੜੇ ਔਖੇ ਜਾਣਾ। ਤੇ ਮੇਰੇ ਦੋਸਤ ਜਿੰਦ ਘਮਾਣਾ ਵਾਲੇ ਬਹੁਤ ਵਧੀਆ ਗੀਤਕਾਰ,
ਜੀ ਤੇ ਉਹਨਾਂ ਦਾ ਉੱਥੇ ਪਹਿਲਾਂ ਰਿਕਾਰਡਿੰਗ ਹੋਈ ਸੀਗੀ ਅਨਰੀਕੋ ਕੰਪਨੀ 'ਚ ਓਕੇ ਤੇ ਉਹਨਾਂ ਦਾ ਮੇਰਾ ਮੇਲ ਹੋਇਆ ਤੇ ਉਹਨਾਂ ਨੇ ਮੈਨੂੰ ਅਨਰੀਕੋ ਕੰਪਨੀ 'ਚ ਖੜਿਆ। HMV 'ਚ ਮੈਂ ਐਡੀਸ਼ਨਾਂ ਦਿੱਤੀਆਂ, ਅੱਛਾ ਲਾਰੇ ਲੱਪੇ ਰਹੇ ਕਿਉਂਕਿ ਨਵੇਂ ਸਿੰਗਰ ਨੂੰ ਰਿਕਾਰਡ ਨਹੀਂ ਸੀ ਕਰਦੇ ਥੋੜੇ ਕੀਤਿਆਂ। ਫਿਰ ਮੈਂ ਅਨਰੀਕੋ ਕੰਪਨੀ 'ਚ ਗਿਆ, ਬਕਾਇਦਾ ਉੱਥੇ ਵੀ ਐਡੀਸ਼ਨ ਹੋਈ। ਘਮਾਨ ਸਾਹਿਬ ਮੇਰੇ ਨਾਲ ਤੇ ਮੇਰਾ ਦੋਸਤ ਆ ਸਾਡਾ ਕਾਜਲ ਤੂਤਾਂ ਵਾਲਾ ਜੀ ਤੇ ਅਸੀਂ ਉੱਥੇ ਗਏ, ਐਡੀਸ਼ਨ ਹੋਈ ਤੇ ਉਹਨਾਂ ਕਿਹਾ ਠੀਕ ਹੈ ਜੀ ਰਿਕਾਰਡਿੰਗ ਕਰ ਲੈਂਦੇ ਆ। ਤੇ ਇਹ ਸਾਰੀ ਮਿਹਰਬਾਨੀ ਜਿੰਦ ਘਮਾਨ ਦੀ ਸੀਗੀ, ਜੀ ਉਹਨਾਂ ਨੇ ਮੇਰੀ ਪਹਿਲੀ ਉੱਥੇ ਐਲਬਮ ਕਰਾਈ। ਜੀ ਅੱਛਾ, ਤੁਸੀਂ ਕਿਹਾ ਕਿ HMV ਦੇ ਵਿੱਚ ਤੁਸੀਂ ਟਰਾਈ ਕਰਦੇ ਰਹੇ ਹੈ ਨਾ, ਕਿ ਕੋਸ਼ਿਸ਼ ਕਰਦੇ ਰਹੇ ਕਿ ਇੱਥੇ ਰਿਕਾਰਡਿੰਗ ਹੋਵੇ। ਹਾਂਜੀ। ਅੱਜ ਦੇ ਸਮੇਂ ਦੇ ਵਿੱਚ ਕਹਿੰਦੇ ਕਿ ਜਿਹਦੇ ਕੋਲ ਪੈਸਾ ਹੈ ਨਾ ਉਹੀ ਗਾਣਾ ਕਰ ਸਕਦਾ, ਕਿ ਉਸ ਸਮੇਂ ਵੀ ਇਦਾਂ ਦੀ ਚੀਜ਼ਾਂ ਸੀਗੀਆਂ? ਨਹੀਂ, ਉਦੋਂ ਇਹ ਨਹੀਂ ਸੀਗੀਆਂ ਚੀਜ਼ਾਂ ਤੇ ਉਸ ਤੋਂ ਬਾਅਦ ਸ਼ੁਰੂ ਹੋਇਆ ਇਹ ਕੰਮ, ਜਦੋਂ ਇਹ ਤਵੇ ਖਾਸ ਕਰਕੇ ਤਵੇ ਰਿਕਾਰਡਿੰਗ ਜਦੋਂ ਖਤਮ ਹੋਇਆ, ਕੈਸਟਾਂ ਸ਼ੁਰੂ ਹੋਈਆਂ, ਉਦੋਂ ਫਿਰ ਮਤਲਬ ਆਮ ਹੀ ਸਿੰਗਰ ਪੈਸੇ ਲਾ ਕੇ ਕਰਨ ਲੱਗੇ। ਫਿਰ ਜਿੱਦਾਂ ਮੈਂ ਕਿਹਾ ਕਿ 1986 ਦੇ ਵਿੱਚ ਤੁਹਾਡਾ ਇੱਕ ਐਲਬਮ ਆਉਂਦੀ ਹੈ, ਉਸ ਤੋਂ ਬਾਅਦ 87 ਵਿੱਚ ਆਉਂਦੀ ਹੈ, ਫਿਰ ਇੱਕ ਗੈਪ ਆ ਜਾਂਦਾ ਹੈ। ਫਿਰ ਮਨਜੀਤ ਪੱਪੂ ਜੀ ਕਿੱਥੇ ਜਾਂਦੇ ਨੇ? ਅਸਲ 'ਚ ਉਹ ਜਿਹੜੀ ਸੀ ਨਾ, ਹਾਲਾਤ ਬੜੇ ਪੰਜਾਬ ਦੇ ਖਰਾਬ ਸੀਗੇ ਜੀ ਤੇ ਉਹ ਦੌਰ ਬੜਾ, ਤੁਹਾਨੂੰ ਪਤਾ ਹੀ ਆ 84 ਵਾਲਾ ਜਿਹੜਾ ਦੌਰ ਸੀਗਾ, ਬੜਾ 5-10 ਸਾਲ ਬੜੇ ਔਖੇ ਲੰਘੇ, ਬੜੇ ਸਭ ਨੇ ਬੜੇ ਔਖੇ ਕੱਟੇ ਉਹ ਦਿਨਾਂ 'ਚ। ਤੇ ਉਦੋਂ ਇਹ ਬਿਲਕੁਲ ਜਿੱਦਾਂ ਬਾਜ਼ਾਰ ਬੰਦ ਹੋ ਜਾਣੇ, ਮਾਰਕੀਟਾਂ ਬੰਦ ਤੇ ਵਿਕਦਾ ਕੁਛ ਨਹੀਂ ਸੀਗਾ, ਉਹਨਾਂ ਫਿਰ ਥੋੜ੍ਹਾ ਜਿਹਾ ਸਲੋ ਹੋ ਗਿਆ ਕੰਮ। ਫਿਰ ਉਸ ਤੋਂ ਬਾਅਦ ਮੇਰੀ ਰਿਕਾਰਡਿੰਗਾਂ ਕਾਫੀ ਆਈਆਂ। ਉਸ ਤੋਂ ਬਾਅਦ ਫਿਰ ਮੈਨੂੰ ਆਪਣੇ ਦਿਨੇਸ਼ ਹੋਣਾ ਨਾਲ ਸਪੀਡ ਤੇ ਕਾਫੀ ਆਈਆਂ, ਸਪੀਡ ਨਾਲ ਮੇਰੇ ਸੁਖਸ਼ਿੰਦਰ ਸ਼ਿੰਦਾ ਜੀ ਉਸਤਾਦ ਜੀ ਇੰਗਲੈਂਡ ਵਾਲੇ, ਉਹਨਾਂ ਨਾਲ ਮੇਰਾ ਮੇਲ ਹੋਇਆ ਤੇ ਮਦਨ ਮੱਦੀ ਮੇਰਾ ਵੀਰ ਤੇ ਅਸੀਂ ਸਾਰਿਆਂ ਨੇ, ਉਹ ਸਾਡੀ ਟੀਮ ਸੀਗੀ ਉਹਦੇ ਵਿੱਚ। ਜਿੱਦਾਂ ਸੁਖਸ਼ਿੰਦਰ ਸ਼ਿੰਦਾ ਨੇ ਮੇਰੀ ਪਹਿਲੀ ਟਕੂਏ ਟਕੂਆ ਕੈਸਟ ਇੱਧਰ ਆਈ ਸੀਗੀ ਤੇ ਉਧਰ ਕੀ ਨਾ CD ਦਾ, ਉਹਦੇ ਵਿੱਚ ਇੰਗਲੈਂਡ ਮੇਰੀ ਜਿਹੜੀ ਇਹ ਊਧਮ ਸਿੰਘ ਦੀ ਵਾਰ ਪਹਿਲਾਂ ਰਿਕਾਰਡ ਕੀਤੀ ਜੀ। ਉਹ ਵਾਰ ਜਿਹੜੀ ਸੀਗੀ ਨਾ, ਉਹ ਵਾਰ ਨੇ ਮਤਲਬ ਮੈਨੂੰ ਬ੍ਰੇਕ ਦਿੱਤੀ ਬਹੁਤ। ਉਹ ਵਾਰ ਤੋਂ ਮੇਰੀ ਫਿਰ ਅੱਗੇ ਰਿਕਾਰਡਿੰਗ ਹੋਈ ਫਿਰ ਕੋਲੈਬੋਰੇਸ਼ਨ 1 ਦੇ ਵਿੱਚ ਵੀ ਹੈ ਨਾ, ਫਿਰ ਤੁਹਾਡਾ ਜਿਹੜੇ ਗੀਤ ਉਹਦੇ ਵਿੱਚ ਵੀ ਆਇਆ ਸੀਗਾ। ਹਾਂਜੀ, ਫਿਰ ਲਾਲ ਚੂੜੇ ਵਾਲੀਏ ਬਹੁਤ ਮੇਰਾ ਗਾਣਾ, ਲਾਲ ਚੂੜੇ ਵਾਲੀਏ ਜਿਹੜਾ ਸੌਂਗ ਸੀਗਾ ਨਾ, ਉਹ ਉੱਥੇ ਸ਼ਿੰਦਾ ਜੀ ਨੇ ਕੱਢਿਆ ਪਹਿਲਾਂ ਵਾਰ ਤੋਂ ਬਾਅਦ। ਉਹ ਵੀ ਬੜੀ ਮਾਲਕ ਦੀ ਕਿਰਪਾ ਰਹੀ, ਬਹੁਤ ਮੇਰਾ ਉਹ ਸੌਂਗ ਚੱਲਿਆ। ਇਹ ਮੈਨੂੰ ਵੀ ਬਹੁਤ ਪਸੰਦ ਹੈ ਗੀਤ। ਮੈਂ ਚਾਹੂੰਗੀ ਲਾਲ ਚੂੜੇ ਵਾਲੀ ਦੀ 2 ਲਾਈਨਾਂ ਹੋ ਜਾਣ। ਹੋ ਲਾਲ ਚੂੜੇ ਵਾਲੀਏ ਨੀ ਲਾਲ ਚੂੜੇ ਵਾਲੀਏ, ਲਾਲ ਚੂੜੇ ਵਾਲੀਏ ਨੀ ਲਾਲ ਚੂੜੇ ਵਾਲੀਏ, ਗਿੱਧੇ ਵਿੱਚ ਨੱਚ ਸਾਡੇ ਨਾਲ ਚੂੜੇ ਵਾਲੀਏ, ਲਾਲ ਚੂੜੇ ਵਾਲੀਏ ਨੀ ਲਾਲ ਚੂੜੇ ਵਾਲੀਏ, ਲਾਲ ਚੂੜੇ ਵਾਲੀਏ ਨੀ ਲਾਲ ਚੂੜੇ ਵਾਲੀਏ। ਜਿੱਦਾਂ ਤੁਸੀਂ ਨਿੱਕੇ ਹੁੰਦਿਆਂ, ਮੈਂ ਪਹਿਲਾਂ ਵੀ ਕਿਹਾ ਕਿ ਤੁਸੀਂ ਪਹਿਲੇ ਗਾਉਂਦੇ ਸੀਗੇ, ਉਸ ਤੋਂ ਬਾਅਦ ਤੁਹਾਡੀ ਰਿਕਾਰਡਿੰਗ ਹੋਣੀ ਸ਼ੁਰੂ ਹੋਈ ਹੈ ਨਾ, ਸਟੇਜਾਂ ਤੁਸੀਂ ਪਹਿਲਾਂ ਹੀ ਲਾਉਂਦੇ ਹੁੰਦੇ ਸੀਗੇ? ਅਸਲ 'ਚ ਗਾਉਣ ਦਾ ਸ਼ੌਕ ਤੇ ਬਚਪਨ ਤੋਂ ਸੀਗਾ ਜੀ। ਉਸ ਤੋਂ ਬਾਅਦ ਵੱਡੇ ਬ੍ਰਦਰ ਸਾਡੇ ਹੰਸਾ ਸਿੰਘ ਜੀ ਬੜੇ ਮਾਲਕ ਦੀ ਦਇਆ ਸੀ, ਉਹਨਾਂ ਦੇ ਬੜੀ ਕਲਾ ਦੇ ਮਾਲਕ ਸੀਗੇ। ਉਹ ਭਾਜੀ ਸ਼ਰਨ ਸਿੰਘ, ਮੰਨਾ ਸਿੰਘ ਜੀ, ਉਹਨਾਂ ਦੇ ਨਾਲ ਉਹਨਾਂ ਨੇ ਬਹੁਤ ਚਿਰ ਥੀਏਟਰ ਕੀਤਾ ਤੇ ਫਿਰ ਭਾਜੀ ਹੋਣਿਆਂ ਨੇ ਆਪ ਟੀਮ ਆਪਣੀ, ਸਾਡਾ ਪਿੰਡ ਬਾਬਾ ਬਕਾਲਾ ਸਾਹਿਬ ਗੁਰੂ ਦੀ ਨਗਰੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਹ ਪਵਿੱਤਰ ਦਿਨ ਉਹਨਾਂ ਨੇ ਇੱਕ ਨਾਟਕ ਖੇਡਿਆ, ਜਗ ਚਾਨਣ ਹੋਆ। ਉਹ ਮੈਂ ਉਦੋਂ ਛੋਟਾ ਸੀਗਾ। ਉਸ ਤੋਂ ਬਾਅਦ ਉਹਨਾਂ ਨੇ ਫਿਰ ਆਪਣੀ ਉਦੋਂ ਟੀਮ ਤਿਆਰ ਕੀਤੀ ਆਪਣੇ ਨਾਂ ਤੇ, ਉਹਨਾਂ ਨੇ ਆਪਣੀ ਟੀਮ ਤਿਆਰ ਕੀਤੀ ਤੇ ਫਿਰ ਮੈਂ ਉਹਨਾਂ ਦੇ ਨਾਲ ਨਾਟਕ ਕਰਨ ਜਾਣਾ, ਨਾਲ ਮੈਂ ਆਪਣਾ 1-2-4 ਗੀਤ ਗਾਉਣੇ ਨਾਲ ਸਟੇਜ ਤੇ ਨਾਲ ਭਾਜੀ ਹੋਣਾ ਦੇ ਮੈਂ ਥੀਏਟਰ ਨਾਲ ਜਾਂਦਾ ਰਿਹਾ ਉਹਨਾਂ ਦਿਨਾਂ 'ਚ। ਫਿਰ ਉਦੋਂ ਮੈਂ ਸ਼ੁਰੂ ਕਰ ਦਿੱਤਾ। ਫਿਰ ਸਿੱਜੇ ਮੈਂ ਸਟੇਜਾਂ, ਮੈਂ ਪਹਿਲਾਂ ਰਿਕਾਰਡਿੰਗ ਤੋਂ ਪਹਿਲਾਂ ਸਟੇਜਾਂ ਮੇਰੀਆਂ ਕਾਫੀ ਲੱਗਦੀਆਂ ਸੀ। ਹਾਂਜੀ, ਮਤਵਾਲਾ ਸਾਹਿਬ ਦਾ ਗੀਤ ਬਹੁਤ ਗਾਉਂਦੇ ਹੁੰਦੇ ਸੀ ਤੁਸੀਂ? ਹਾਂਜੀ 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 ਹਾਂਜੀ, ਮਤਵਾਲਾ ਸਾਹਿਬ ਉਹ ਗੀਤ ਤੋਂ ਸ਼ੁਰੂ ਕੀਤਾ ਜੀ ਮੈਂ ਬਚਪਨ ਤੋਂ। ਮੈਂ ਉਹ ਮਤਲਬ ਇਹਨਾਂ ਦੇ ਨਾਟਕਾਂ 'ਚ ਮੈਂ ਜਦੋਂ ਥੀਏਟਰ ਸ਼ੁਰੂ ਹੋਣਾ, ਉਸ ਤੋਂ ਪਹਿਲਾਂ ਇਹ ਗਾਣੇ ਮੈਂ ਇਨਕਲਾਬੀ ਗਾਣੇ ਬਹੁਤ ਗਾਉਂਦਾ ਰਿਹਾ। ਇਹ ਗਾਣਾ ਬਹੁਤ ਤਕਰੀਬਨ ਮੈਂ ਜਦੋਂ ਮੈਂ ਸਟੇਜ ਤੇ ਸ਼ੁਰੂ ਕਰਨਾ, ਮੈਨੂੰ ਬਾਰ-ਬਾਰ ਇਹ ਗਾਣੇ ਦੀ ਫਰਮਾਇਸ਼ ਆਉਂਦੀ। ਸੜਕ ਤੇ ਰੋੜੀ ਕੁੱਟ ਰਹੀਆਂ ਮਟਿਆਰਾਂ ਨੂੰ ਵੇਖੋ। ਹਾਂਜੀ, ਉਹਦੀਆਂ 2 ਲਾਈਨਾਂ ਜੇ ਹੁਣ ਤੁਸੀਂ ਗਾ ਸਕੋ ਤੇ। ਹੋ ਸੜਕ ਤੇ ਰੋੜੀ ਕੁੱਟ ਰਹੀਆਂ ਮਟਿਆਰਾਂ ਨੂੰ ਵੇਖੋ, ਹੋ ਮਹਿਲੀ ਰੰਗ ਮਨਾ ਰਹੀਆਂ ਬਹਾਰਾਂ ਨੂੰ ਵੇਖੋ, ਸੜਕ ਤੇ ਰੋੜੀ ਕੁੱਟ ਰਹੀਆਂ ਮਟਿਆਰਾਂ ਨੂੰ ਵੇਖੋ।
ਮਨਜੀਤ ਸਾਹਿਬ ਇਹਦੇ ਪਿੱਛੇ, ਇਸ ਗੀਤ ਪਿੱਛੇ ਵੀ ਇੱਕ ਕਹਾਣੀ ਸੀ ਹੈ ਨਾ, ਤੁਹਾਨੂੰ ਹਾਂਜੀ ਹਾਂਜੀ ਫੋਨ ਆ ਗਿਆ ਸੀਗਾ। ਹਾਂਜੀ ਹਾਂਜੀ, ਉਹ ਮਤਵਾਲਾ ਸਾਹਿਬ ਨੇ ਕੀਤਾ ਫੋਨ ਜੀ। ਜੀ, ਕੀ ਮਤਵਾਲਾ ਸਾਹਿਬ ਨੇ ਕੀ ਕਿਹਾ ਜਦੋਂ ਫੋਨ ਕੀਤਾ, ਫਿਰ ਉਸ ਤੋਂ ਬਾਅਦ ਕੀ ਗੱਲ ਹੋਈ? ਇਹ ਸੜਕ ਤੇ ਰੋੜੀ ਗਾਣਾ ਜਿਹੜਾ ਮੈਂ ਰਿਕਾਰਡ ਕਰ ਦਿੱਤਾ ਜੀ। ਮਾਰਕੀਟ 'ਚ ਆ ਗਿਆ ਤੇ ਮਤਵਾਲਾ ਸਾਹਿਬ ਨੇ ਸੁਣਿਆ ਵੀ ਯਾਰ ਮੇਰਾ ਨਾਂ ਦੇ ਵਿੱਚ ਹੈ ਹੀ ਨਹੀਂ। ਹਾਂ, ਹੁਣ ਗਾਇਆ ਹੈ। ਰਾਈਟਰ ਦਾ ਨਾਂ ਨਹੀਂਗਾ ਵਿੱਚ, ਤੇ ਉਹਨਾਂ ਇਹ ਵੀ ਵੇਖਿਆ ਵੀ ਹੋਰ ਵੀ ਕਿਸੇ ਦਾ ਨਾਂ ਲਿਆ। ਅੱਛਾ। ਤੇ ਮੈਨੂੰ ਆਂਦੇ ਵੀ ਕਾਕਾ ਮਨਜੀਤ ਪੱਪੂ ਬੋਲਦਾ? ਮੈਂ ਕਿਹਾ ਹਾਂਜੀ। ਆਂਦੇ ਤੁਹਾਡਾ ਗਾਣਾ ਬੜਾ ਵਧੀਆ, ਸੜਕ ਤੇ ਰੋੜੀ ਕੋਟਰੀਆਂ ਮਟਿਆਰਾਂ ਨੂੰ ਵੇਖੋ, ਬਹੁਤ ਮੈਨੂੰ ਵਧੀਆ ਲੱਗਦਾ। ਉਹ ਕਿੰਨਾ ਦਾ ਲਿਖਿਆ? ਮੈਂ ਕਿਹਾ ਸਰ ਮੈਨੂੰ ਤੇ ਪਤਾ ਨਹੀਂ ਕਿੰਨਾ ਦਾ ਲਿਖਿਆ। ਮੈਂ ਕਿਹਾ ਕੋਈ ਜ਼ਿਆਦਾ ਤੇ ਸੰਤਰਾਮ ਉਦਾਸੀ ਦੇ ਕਹੀ ਜਾਂਦੇ ਆ ਵੀ ਉਹਨਾਂ ਦਾ ਲਿਖਿਆ, ਪਰ ਮੈਂ ਕਿਹਾ ਮੈਨੂੰ ਇਹ ਪਤਾ ਵਾ ਵੀ ਸੰਤਰਾਮ ਉਦਾਸੀ ਸਾਹਿਬ ਦਾ ਨਹੀਂ ਲਿਖਿਆ। ਹਾਂਜੀ। ਆਂਦੇ ਫਿਰ ਕਿਹਦਾ ਲਿਖਿਆ ਤੁਹਾਨੂੰ ਨਹੀਂ ਪਤਾ? ਮੈਂ ਕਿਹਾ ਜੇ ਪਤਾ ਹੁੰਦਾ ਸਰ ਮੈਂ ਨਾਂ ਲਿਖ ਦੇਣਾ ਸੀ ਉਹਨਾਂ ਦਾ। ਅੱਛਾ। ਆਂਦੇ ਵੀ ਕਾਕਾ ਇਹ ਗੀਤ ਮੇਰਾ ਹੀ ਲਿਖਿਆ। ਅੱਛਾ। ਤੇ ਮੈਂ ਕਿਹਾ ਸਰ ਮਿਹਰਬਾਨੀ, ਤੁਸੀਂ ਮੈਨੂੰ ਲੱਭ ਲਿਆ ਜਾਂ ਮੈਂ ਤੁਹਾਨੂੰ ਲੱਭ ਲਿਆ। ਤੇ ਇੰਨਾ ਵਾ ਵੀ ਹੁਣ ਮੈਂ ਗਾਣਾ ਅਜੇ ਆਇਆ ਹੀ ਆ, ਤੇ ਮੈਂ ਇੰਟਰਵਿਊਆਂ 'ਚ ਜਾਂ ਪੇਪਰਾਂ 'ਚ ਮੈਂ ਸਾਰੇ ਤੁਹਾਡਾ ਨਾਂ ਜਿਹੜਾ ਉਹ ਦੱਸ ਦੇਣਾ ਵੀ ਮਤਵਾਲਾ ਸਾਹਿਬ ਦਾ ਲਿਖਿਆ ਹੋਇਆ। ਤੇ ਇਹ ਕਰਕੇ ਕਿਉਂਕਿ ਹੋ ਜਾਂਦੀ ਕਈ ਵਾਰ ਮੈਨੂੰ ਤੇ ਨਹੀਂ ਸੀ ਪਤਾ। ਤੇ ਕਿਉਂਕਿ ਉਹ ਗਾਣਾ ਮੇਰੇ ਬਹੁਤ ਮੇਰੇ ਦਿਲ ਨੂੰ ਲੱਗਦਾ, ਬਚਪਨ 'ਚ ਮੈਂ ਸ਼ੁਰੂ ਉੱਥੋਂ ਕੀਤਾ ਸੀ। ਹਾਂਜੀ। ਤੇ ਤੁਹਾਨੂੰ ਲੋਕ ਹਮੇਸ਼ਾ ਕਹਿੰਦੇ ਸੀ, ਜਿਹੜੇ ਸੁਣਦੇ ਸੀਗੇ, ਕਿ ਇਹ ਗੀਤ ਜਿਹੜਾ ਹੈ ਨਾ ਤੁਸੀਂ ਗਾਓ, ਸਰੋਤੇ ਤੁਹਾਡੇ ਸੁਣਦੇ ਹੁੰਦੇ ਸੀ। ਹਾਂਜੀ, ਮੈਂ ਵੇਖੋ ਹਿਮਾਚਲ ਰਾਮਲੀਲਾ ਬੁੱਕ ਕਰਕੇ ਉੱਥੇ ਪ੍ਰੋਗਰਾਮ ਕਰਨ ਜਾਂਦਾ ਰਿਹਾ। ਅੱਛਾ, ਹਿਮਾਚਲ 'ਚ। ਹਾਂਜੀ। ਉਹਨਾਂ ਸਾਈਡ ਉਧਰ ਬਹੁਤ ਮੈਂ ਰਾਮਲੀਲਾ ਦੇ ਪ੍ਰੋਗਰਾਮ ਕੀਤੇ। 7 ਦਿਨ 8 ਦਿਨ ਜਿੱਦਾਂ ਲਗਾਤਾਰ ਸ਼ੋਅ ਕਰਨਾ। ਇਸ ਗਾਣੇ ਨੂੰ, ਸੜਕ ਤੇ ਰੋੜੀ ਗਾਣੇ ਨੂੰ 5 6 ਵਾਰਾਂ ਮੇਰੇ ਕੋਲ ਸੁਣਿਆ ਜਾਂਦਾ ਸੀ ਉੱਥੇ। ਅੱਛਾ। ਇੰਨਾ ਮਤਲਬ ਉਹ ਪਿਆਰਾ ਲੱਗਦਾ ਸੀ ਸੌਂਗ। ਕੋਈ ਜਾਂ ਅੰਦਾਜ਼, ਕੋਈ ਗਾਉਣ ਦਾ ਜਾਂ ਦਰਦ ਥੋੜਾ ਜਿਹਾ ਵਧੀਆ ਲੱਗਦਾ, ਜਾਂ ਮੈਨੂੰ ਖੁਦ ਨੂੰ ਵੀ ਉਹ ਖੁੱਭ ਕੇ ਮੈਂ ਆਉਂਦਾ ਸੀ ਉਹ ਗਾਣੇ 'ਚ, ਤੇ ਵਧੀਆ ਸੀਗਾ ਗਾਣਾ। ਤੇ ਇੱਕ ਹੋਰ ਗੱਲ, ਜਿੱਦਾਂ ਸਾਡੀ ਗੱਲ ਉਹ ਵਿੱਚ ਰਹਿ ਗਈ, ਤੁਸੀਂ ਜਦੋਂ ਮੈਂ ਤੁਹਾਨੂੰ ਪੁੱਛਿਆ 86 87 ਤੋਂ ਬਾਅਦ, ਫਿਰ ਕਿਉਂਕਿ ਸਮਾਂ ਜਿਹੜਾ ਸੀ, ਮਾਹੌਲ ਜਿਹੜਾ ਪੰਜਾਬ ਦਾ ਉਹ ਨਹੀਂ ਸੀ ਸਹੀ। ਹਾਂਜੀ। ਤੇ ਉਸ ਦੌਰਾਨ ਕੀ ਦਿੱਕਤਾਂ ਆਈਆਂ, ਕਿਵੇਂ ਫਿਰ ਤੁਹਾਡਾ ਕੰਮ ਜਿਹੜਾ ਥੋੜਾ ਜਿਹਾ ਵਿੱਚ ਉਹ ਛੁੱਟ ਗਿਆ ਇੱਕ ਹਿਸਾਬ ਦਾ ਕਵਾਂਗੇ, ਹੈ ਨਾ? ਕਿੰਨੇ ਕੁ ਜ਼ਿਆਦਾ ਮੇਲੇ ਲੱਗਦੇ ਹੋਣਗੇ, ਅਸੀਂ ਜਾਣਦੇ ਆ ਕਿ ਉਸ ਵੇਲੇ ਮਾਹੌਲ ਕਿੰਨਾ ਕੁ ਖਰਾਬ ਸੀ। ਉਦੋਂ ਹਾਲਾਤ ਜ਼ਿਆਦਾ ਸਾਡੇ ਏਰੀਏ 'ਚ, ਫਿਰ ਅੰਮ੍ਰਿਤਸਰ ਡਿਸਟ੍ਰਿਕਟ ਗੁਰਦਾਸਪੁਰ ਏਰੀਆ ਤੇ ਬਹੁਤ ਜ਼ਿਆਦਾ ਹਾਲਾਤ ਖਰਾਬ ਸੀਗੇ। ਮੈਂ ਉਦੋਂ ਧਾਰਮਿਕ ਪ੍ਰੋਗਰਾਮ ਕਰਨ ਡਿਆ ਪਿਆ ਸੀਗਾ। ਬਾਅਦ 'ਚ ਫਿਰ ਸਹਿਜੇ ਦੂਜਾ ਪ੍ਰੋਗਰਾਮ ਗੀਤ ਕੀਤੇ। ਹੁਣ ਵੀ ਮੇਰੇ ਗਾਣੇ ਧਾਰਮਿਕ ਕਰ ਗਈ ਆ। ਸਾਡੀ ਕੌਮ ਹੈ ਸ਼ੇਰਾਂ ਦੀ, ਸਾਨੂੰ ਕਹਿੰਦੇ ਲੋਕ ਪੰਜਾਬੀ। ਜਾਂ ਮੈਂ ਗਾਉਂਦਾ ਹੀ ਸੱਭਿਆਚਾਰ, ਮੈਂ ਲੱਚਰ ਵੈਸੇ ਵੀ ਨਹੀਂ ਗਾਉਂਦਾ ਗੀਤ। ਤੇ ਮੇਰਾ ਜਿਹੜਾ ਇਦਾਂ ਦੇ ਸੌਂਗ ਮੈਂ ਉਦੋਂ ਵੀ ਧਾਰਮਿਕ, ਹੁਣ ਵੀ ਮੈਨੂੰ ਧਾਰਮਿਕ, ਹੁਣ ਵੀ ਪ੍ਰੋਗਰਾਮ ਧਾਰਮਿਕ ਆ ਜਾਂਦੇ ਆ। ਧਾਰਮਿਕ ਪ੍ਰੋਗਰਾਮ ਕਰੀਦੇ ਆ, ਪਗੜੀ ਸਜਾ ਲਈਦੀ ਹੈ। ਹਾਂ। ਤੇ ਜਿੱਦਾਂ ਤੁਸੀਂ ਸ਼ੁਰੂਆਤ ਤੋਂ ਹੀ ਹਮੇਸ਼ਾ ਸੁਚੱਜੀ ਜਿਹੜੀ ਗਾਇਕੀ ਹੈ ਉਸ ਨੂੰ ਹੀ ਜਿਹੜਾ ਹਮੇਸ਼ਾ ਪਰੋਸਿਆ ਲੋਕਾਂ ਦੇ ਅੱਗੇ, ਹੈ ਨਾ, ਆਪਣੇ ਜਿਹੜੇ ਸਰੋਤੇ ਤੁਹਾਡੇ ਹੈ। ਪਰ ਅੱਜ ਦੀ ਜੇ ਅਸੀਂ ਗਾਇਕੀ ਦੀ ਗੱਲ ਕਰੀਏ, ਤੁਸੀਂ ਪਹਿਲਾਂ ਵੀ ਬਥੇਰੀ ਇਹ ਗੱਲ ਹੋਰ ਇੰਟਰਵਿਊ 'ਚ ਵੀ ਕੀਤੀ ਹੋਏਗੀ ਕਿ ਅੱਜ ਦੀ ਗਾਇਕੀ ਦੇ ਵਿੱਚ ਬਹੁਤ ਲੱਚਰ ਗਾਇਕੀ ਹੋ ਗਈ ਹੈ, ਜਾਂ ਹਥਿਆਰਾਂ 'ਤੇ ਜਿਹੜੀ ਗਾਇਕੀ ਜ਼ਿਆਦਾ ਗਾਈ ਜਾਂਦੀ ਹੈ। ਤੁਸੀਂ ਹਾਲਾਂਕਿ ਇੱਕ ਗੀਤ ਵੀ ਗਾਇਆ ਸੀ ਜਿਹਦੇ ਵਿੱਚ ਕਿ ਤੁੰਬੀ ਛੱਡ ਕੇ, ਹੈ ਨਾ, ਅੱਜ ਕੱਲ੍ਹ ਗਾਇਕ ਜਿਹੜੇ ਤੁੰਬੀ ਛੱਡ ਕੇ ਪਿਸਟਲ ਚੱਕ ਲਿਆ ਝਲਮਲ ਸਿੰਘ ਢੰਡਾ ਸਾਹਿਬ ਦਾ ਲਿਖਿਆ। ਹਾਂਜੀ। ਬੜੇ ਸੌਂਗ ਉਹਨਾਂ ਦੇ ਵੀ ਹਿੱਟ ਸੌਂਗ ਆ। ਅਮਰਿੰਦਰ ਗਿੱਲ ਨੇ ਕੀਤੇ ਆ, ਹੋਰ ਪੂਜਾ ਨੇ ਕੀਤੇ ਆ, ਸ਼ਦੇਸ਼ ਕੁਮਾਰੀ ਨੇ ਕੀਤੇ, ਸ਼ਿੰਦਾ ਭਾਜੀ ਨੇ ਕੀਤੇ। ਪਗੜੀ ਵਾਲਾ ਗੀਤ ਕੀਤਾ ਸੀ ਉਹਨਾਂ ਨੇ ਜੀ। ਤੇ ਹੁਣ ਸਰਕਾਰ ਨੇ ਤਾਂ ਥੋੜੀ ਜਿਹੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਹੈ ਕਿ ਜਿਹੜੇ ਇਦਾਂ ਦੇ ਗੀਤ ਗਾਉਂਦੇ ਨੇ, ਹਥਿਆਰਾਂ ਦੇ ਗੀਤ ਗਾਉਂਦੇ ਨੇ, ਉਹਨਾਂ 'ਤੇ ਥੋੜ੍ਹੀ ਠੱਲ ਪਾਈ ਜਾਵੇ, ਹੈ ਨਾ। ਜੇ ਕੋਈ ਵੀਡੀਓ ਬਣਾਉਂਦਾ ਹੈ ਜਾਂ ਕੋਈ ਗਾਉਂਦਾ ਤਾਂ ਉਹ 'ਤੇ FIR ਜਿਹੜੀ ਹੈ ਉਹ ਹੁੰਦੀ ਹੈ। ਅਤੇ ਇਸ ਹੁਣ ਜਿਹੜਾ ਸਰਕਾਰ ਨੇ ਇਹ ਹੁਣ ਕਦਮ ਚੁੱਕਿਆ, ਕਿੰਨੀ ਕੁ ਇਹਦੀ ਸ਼ਲਾਘਾ ਕਰੋਗੇ? ਦੇਖੋ ਜੀ, ਇਹ ਸ਼ਲਾਘਾ ਤੇ ਮੈਂ ਤੇ ਕਰਦਾ ਹੀ ਸ਼ੁਰੂ ਤੋਂ ਕਰਦਾ ਆ ਰਿਹਾ, ਕਿਉਂਕਿ ਇਹੋ ਜਿਹੇ ਕੰਮ ਉਹ ਕੰਮ ਕਰਨੇ ਚਾਹੀਦੇ ਆ ਜਿਸ 'ਚ ਮਾਂ ਪਿਓ ਦਾ ਨਾਂ ਉੱਚਾ ਹੋਵੇ, ਤੇ ਆਪਣੇ ਪਰਿਵਾਰ ਦੇ ਵਿੱਚ ਆਪਾਂ ਬੈਠ ਕੇ ਤੇ ਸੁਣ ਸਕੀਏ, ਗਾ ਸਕੀਏ। ਬਾਕੀ ਸਾਡੇ ਉਸਤਾਦ ਜੀ ਸ੍ਰੀ ਲਾਲ ਚੰਦ ਜਮਲਾ ਜੱਟ ਜੀ, ਕਿਉਂਕਿ ਉਹ ਸਾਨੂੰ ਤਾਂ ਪ੍ਰੇਰਦੇ, ਉਹਨਾਂ ਕੋਲ ਪ੍ਰੇਰਨਾ ਹੀ ਅਸੀਂ ਇਦਾਂ ਦੀ ਲਈ ਆ, ਤੇ ਸਾਨੂੰ ਗੁੜਤੀ ਇਦਾਂ ਦੀ ਮਿਲੀ। ਮੈਂ ਪਸੰਦ ਵੀ ਉਹਨਾਂ ਦੀ ਸ਼ੁਰੂ ਤੋਂ ਸੌਂਗ ਕਰਦਾ ਸੀਗਾ। ਤੇ ਉਸਤਾਦ ਸ੍ਰੀ ਕੁਲਦੀਪ ਮਾਨਕ ਸਾਹਿਬ ਹੋਏ, ਤੇ ਇਹਨਾਂ ਨੂੰ ਉਸਤਾਦ ਉਹਨਾਂ ਨੂੰ, ਉਸਤਾਦ ਜੀ ਜਮਲਾ ਸਾਹਿਬ ਨੂੰ, ਤੇ ਕਿਉਂਕਿ ਉਹਨਾਂ ਉਸਤਾਦਾਂ ਦੀ ਸਾਨੂੰ ਵੈਸੇ ਸ਼ਰਮ ਹੀ ਮਾਰ ਜਾਂਦੀ ਆ ਕਿ ਅਸੀਂ ਉਹਨਾਂ ਦੇ ਬੱਚੇ ਆ, ਤੇ ਅਸੀਂ ਕੋਈ ਸੋਚ ਸਮਝ ਕੇ ਕਦਮ ਚੱਕੀਏ। ਤੇ ਮੈਂ ਹੋਰਨਾਂ ਸਿੰਗਰਾਂ ਨੂੰ ਵੀ ਤੇ ਰਾਈਟਰਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਨੂੰ ਇੱਧਰ ਧਿਆਨ ਦੇਣਾ ਚਾਹੀਦਾ। ਜਿਹੜਾ ਆਪਾਂ ਪਿਸਟਲਾਂ ਹਥਿਆਰਾਂ ਦੇ ਨਾਂ ਗਾਈਏ ਗੀਤ, ਵਧੀਆ ਮੈਟਰ ਲੈ ਕੇ ਆਈਏ। ਹੋਰ ਬੜੇ ਮੁੱਦੇ ਜਿਨ੍ਹਾਂ 'ਤੇ ਆਪਾਂ ਗਾ ਸਕਦੇ ਹਾਂ। ਤੇ ਤੁਸੀਂ ਸੁਣਦੇ ਹੀ ਆ ਜਿਹੜੇ ਵਧੀਆ ਸਿੰਗਰ ਆ, ਜਿਨ੍ਹਾਂ ਦੀ ਚੰਗੀ ਸੋਚ ਦੇ ਗਾਣੇ ਆਉਂਦੇ ਆ, ਚੰਗਾ ਮਿਆਰ ਉਹਨਾਂ ਦਾ ਆਪੇ ਉੱਚਾ ਬਣਦਾ। ਬਹੁਤ ਸਾਰੇ ਸਿੰਗਰ ਆ
ਜਿਹੜੇ ਵਧੀਆ ਗਾ ਰਹੇ। ਜਿਹੜੇ ਵਧੀਆ ਗਾ ਰਹੇ ਨੇ ਹੈ ਨਾ। ਤੁਸੀਂ ਯਮਲਾ ਸਾਹਿਬ ਦਾ ਨਾਮ ਲਿਆ ਹੈ, ਤੁਸੀਂ ਮਾਨਕ ਸਾਹਿਬ ਦਾ ਨਾਮ ਲਿਆ ਹੈ ਨਾ। ਹਾਂਜੀ। ਉਹਨਾਂ ਨਾਲ ਜਦੋਂ ਮੁਲਾਕਾਤ ਹੋਈ ਪਹਿਲੀ ਵਾਰੀ ਹੈ ਨਾ, ਸੁਪਨਾ ਹਾਂਜੀ। ਹੁੰਦਾ ਸੀ ਹਰ ਕਿਸੇ ਦਾ ਉਸ ਸਮੇਂ ਦੇ ਵਿੱਚ ਕਿ ਉਹਨਾਂ ਨਾਲ ਇੱਕ ਉਹਨਾਂ ਦੀ ਝਲਕ ਹੀ ਮਿਲ ਜਾਵੇ ਹੈ ਨਾ। ਹਾਂਜੀ। ਪਰ ਤੁਸੀਂ ਉਹਨਾਂ ਨਾਲ ਜਿਹੜਾ ਹੈ ਤੁਸੀਂ ਉਹਨਾਂ ਨੂੰ ਆਪਣਾ ਉਸਤਾਦ ਮੰਨਿਆ, ਤੇ ਇਹ ਜਿਹੜੀ ਜਦੋਂ ਮੁਲਾਕਾਤ ਹੋਈ ਸੀ ਉਹ ਟਾਈਮ ਜਾਨਣਾ ਚਾਹਾਂਗੇ, ਉਹ ਸਮਾਂ ਕਿਵੇਂ ਦਾ ਸੀਗਾ? ਬਹੁਤ ਵਧੀਆ ਸੀਗਾ ਸਮਾਂ, ਕਿਉਂਕਿ ਸਾਡੇ ਬਾਬਾ ਜੀ ਆ ਇੱਕ, ਉਹ ਮੈਨੂੰ ਪਹਿਲੀ ਵਾਰ ਉਸਤਾਦ ਜੀ ਯਮਲਾ ਸਾਹਿਬ ਕੋਲ ਲੈ ਗਏ ਉੱਥੇ ਲੁਧਿਆਣੇ ਜੀ। ਤੇ 1-2 ਦਿਨ ਅਸੀਂ ਰਹੇ ਤੇ ਉਸ ਤੋਂ ਬਾਅਦ ਸਬੱਬ ਬਣਿਆ ਮੈਨੂੰ ਉਹਨਾਂ ਨਾਲ ਵਧੀਆ ਤਰੀਕੇ ਨਾਲ ਇਹ ਸਾਰੀ ਗੱਲਬਾਤ ਕਰਨ ਦਾ। ਮੇਰਾ ਪਿੰਡ ਬਾਬਾ ਬਕਾਲਾ ਸਾਹਿਬ ਆ ਜੀ। ਗੁਰੂ ਦੀ ਨਗਰੀ, ਮੈਂ ਤੁਹਾਨੂੰ ਪਹਿਲਾਂ ਦੱਸਿਆ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੀ। ਉੱਥੇ 26 ਸਾਲ 9 ਮਹੀਨੇ 13 ਦਿਨ ਤਪ ਕੀਤਾ। ਉਹ ਮੇਰਾ ਜਨਮ ਸਥਾਨ ਆ ਜੀ। ਤੇ ਉੱਥੇ ਜੋਗਾ ਸਿੰਘ ਜੋਗੀ ਇੱਕ ਬੜੇ ਵੱਡੇ ਸ਼ਾਇਰ ਤੇ ਕਵੀਸ਼ਰ ਹੋਏ ਆ, ਜਿਨ੍ਹਾਂ ਨੇ ਬਹੁਤ ਸਾਰਾ ਇਤਿਹਾਸ ਖੋਜਿਆ ਤੇ ਬਹੁਤ ਕਵੀਸ਼ਰੀ ਨੂੰ ਮਤਲਬ ਉਹਨਾਂ ਨੇ ਨਵੇਂ ਰੰਗ ਨਾਲ ਤੇ ਵਧੀਆ ਮਤਲਬ ਛੰਦਾਬੰਦੀ 'ਚ ਬਹੁਤ ਵਧੀਆ ਉਹਨਾਂ ਦੇ ਵਧੀਆ ਤਰੀਕੇ ਨਾਲ ਲੋਕਾਂ ਨੂੰ ਪੇਸ਼ ਕੀਤਾ ਉਹਨਾਂ ਨੇ। ਤੇ ਜੋਗਾ ਸਿੰਘ ਜੋਗੀ ਦੇ ਘਰੇ ਆਏ ਸੀ ਉਸਤਾਦ ਸ਼੍ਰੀ ਲਾਲ ਚੰਦ ਜਮਲਾ ਜੱਟ ਜੀ। ਤੇ ਵਾਕਫੀ ਤੇ ਮੇਰੀ ਚਲੋ ਹੈਗੀ ਸੀ ਪਹਿਲਾਂ ਹੀ, ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਆਪਾਂ ਘਰੇ ਜਾਣਾ। ਉਦੋਂ ਮੈਨੂੰ ਸਬੱਬ ਮਿਲ ਗਿਆ ਉਹਨਾਂ ਨਾਲ ਸੰਗਤ ਕਰਨ ਦਾ। ਪਗੜਾ ਮੈਂ ਉਹਨਾਂ ਨੂੰ ਉਦੋਂ ਦਿੱਤਾ, ਉੱਦਾਂ ਉਹ ਪਗੜਾ ਆਪਣਾ ਜਿਹੜਾ ਸਵੀਕਾਰ ਕਰਦੇ ਚੇਲਿਆਂ ਦਾ, ਉਹ ਲੁਧਿਆਣੇ ਡੇਰਾ ਜਿਹੜਾ ਉਹਨਾਂ ਦਾ ਉੱਥੇ ਕਰਦੇ 15 ਨੂੰ, ਤੇ ਮੇਰੇ ਕੋਲ ਉੱਥੇ ਨਹੀਂ ਦੇ ਹੋਇਆ ਤੇ ਮੈਨੂੰ ਇੱਥੇ ਪਗੜਾ ਮੈਂ ਉਹਨਾਂ ਨੂੰ ਉਦੋਂ ਉਸਤਾਦੀ ਸ਼ਾਗਿਰਦੀ ਉਸਤਾਦ ਜੀ ਨਾਲ ਕੀਤੀ ਵਧੀਆ। ਕਿਉਂਕਿ ਇਦਾਂ ਦੇ ਆਸ਼ੀਰਵਾਦ ਜਿਹੜਾ ਵਧੀਆ ਇਨਸਾਨਾਂ ਦਾ ਰੱਬ ਰੂਪ ਸਾਡੇ ਉਹ ਉਸਤਾਦ ਸ਼੍ਰੀ ਲਾਲ ਚੰਦ ਜਮਲਾ ਜੱਟ ਜੀ, ਜਿੱਦਾਂ ਦੇ ਫਕੀਰ ਗਵਈਆ ਉਹ ਕੋਈ ਨਹੀਂ ਅੱਜ ਕੱਲ੍ਹ ਦੇਖ ਰਿਹਾ ਜੀ। ਤੇ ਜਦੋਂ ਮਾਨਕ ਸਾਹਿਬ ਨੂੰ ਤੁਸੀਂ ਮਿਲੇ ਪਹਿਲੀ ਵਾਰ, ਮੈਨੂੰ ਲੱਗਦਾ ਕਿ ਹਜੇ ਤਾਂ ਤੁਹਾਡੀ ਇੱਕੋ ਐਲਬਮ ਦੇ ਵਿੱਚ ਗੀਤ ਵੀ ਨਹੀਂ ਸੀਗਾ, ਤੁਸੀਂ ਇੱਕ ਸਟੇਜ ਤੁਸੀਂ ਗਏ ਸੀਗੇ ਹੈ ਨਾ, ਉੱਥੇ ਉਹ ਲੇਟ ਹੋ ਗਏ, ਉਹਨਾਂ ਦਾ ਸ਼ੋਅ ਵੀ ਸੀਗਾ, ਪਰ ਤੁਸੀਂ ਉਹ ਸਟੇਜ ਸੰਭਾਲੀ ਤੇ ਜਦੋਂ ਤੁਹਾਨੂੰ ਸੁਣਿਆ ਉਹਨਾਂ ਨੇ, ਉਸ ਤੋਂ ਬਾਅਦ ਜਿਹੜਾ ਰਿਐਕਸ਼ਨ ਸੀ ਉਹ ਤੁਸੀਂ ਆਪ ਦੱਸੋ ਆਡੀਅנס ਨੂੰ। ਉਹ ਇਦਾਂ ਸਾਡੇ ਲਾਗੋਂ ਬਰਾਤ ਸੀਗੀ ਰਈਏ ਤੋਂ ਜੀ, ਤੇ ਮੈਂ ਉੱਥੇ ਸਿਹਰਾ ਬੋਲਣ ਗਿਆ ਸੀ ਉਹ ਬਰਾਤ 'ਚ ਉਹਨਾਂ ਦਾ। ਤੇ ਮਾਨਕ ਸਾਹਿਬ, ਇਹ ਗੱਲ 83 ਦੀ ਆ ਜੀ। ਅੱਛਾ, 83 ਦੀ ਗੱਲ, ਮੈਂ ਵੀ ਛੋਟਾ ਸੀਗਾ, ਮੇਰੇ ਦਾੜੀ ਵੀ ਨਹੀਂ ਸੀ, ਉਹ ਬਹੁਤ ਛੋਟਾ ਸੀਗਾ ਮੈਂ। ਹਾਂਜੀ। ਤੇ ਸਿਹਰਾ ਬੋਲਣ ਗਿਆ ਸੀਗਾ, ਤੇ ਸਿਹਰਾ ਬੋਲਣ ਗਏ ਤੇ ਮਾਨਕ ਸਾਹਿਬ ਹੋ ਗਏ ਲੇਟ। ਅੱਛਾ। ਉਦੋਂ ਕਿਹੜੇ ਕੋਈ ਫੋਨ ਦੇ ਸੀਗੇ ਜਾਂ ਕੋਈ ਪਤਾ ਲੱਗਣਾ ਵੀ ਕਿੱਥੇ ਕਿ ਜਾਂ ਕਿੱਦਾਂ। ਹਾਂਜੀ। ਤੇ ਮੈਨੂੰ ਆਂਦੇ ਵੀ ਹੁਣ ਤੇ ਯਾਰ ਸਾਡਾ ਬੜਾ ਬੇਇੱਜ਼ਤੀ ਹੋਣੀ ਆ ਵੀ ਮਾਨਕ ਸਾਹਿਬ ਲੇਟ ਹੋ ਗਏ ਆ, ਤੇ ਤੁਸੀਂ ਮਤਲਬ ਕੁਛ ਨਾ ਕੋਈ ਇੱਥੇ ਉਹਨਾਂ ਚਿਰ ਥੋੜਾ ਜਿਹਾ ਕਰੋ ਪ੍ਰੋਗਰਾਮ। ਹਾਂ, ਪ੍ਰੋਗਰਾਮ ਕਰੋ। ਹਾਂਜੀ। ਤੇ ਮੈਂ ਗਾ ਰਿਹਾ, ਮੈਂ ਤੁਰਲਾ ਤਰਲਾ ਮੈਂ ਵੀ ਸ਼ਮਲਾ ਲਾ ਲਿਆ, ਚਾਦਰਾ ਲਾ ਕੇ ਮੈਂ ਗਾਉਣ ਡਿਆ। ਤੇ ਜਿਨ ਪਬਲਿਕ, ਹੁਣ ਮਾਨਕ ਸਾਹਿਬ ਦਾ ਨਾਮ ਬੜਾ ਸੀ ਉਹਨਾਂ ਦਿਨਾਂ 'ਚ। ਉਦੋਂ ਉਹਨਾਂ ਦੀ ਬਲਵੀਰੋ ਭਾਬੀ ਫਿਲਮ ਆਉਣ ਵਾਲੀ ਸੀਗੀ। ਅੱਛਾ। ਤੇ ਕਾਫੀ ਉਹਨਾਂ ਦੇ ਬਹੁਤ ਹਿੱਟ ਸੌਂਗ ਹੋ ਚੁੱਕੇ ਉਦੋਂ, ਕਲੀਆਂ ਦੇ ਬਾਦਸ਼ਾਹ ਮਾਨਕ ਸਾਹਿਬ ਮਹਾਰਾਜ ਜਦੋਂ ਆਏ। ਤੇ ਮੈਂ ਵੇਖਿਆ ਜਿੰਨੀ ਪਬਲਿਕ ਸੀ, ਮੈਂ ਬਹੁਤ ਪਬਲਿਕ ਨੂੰ ਐ ਪੂਰੀ ਉਹਨਾਂ ਨੂੰ ਬਣੀ ਬਣਾਈ ਸਟੇਜ ਮਿਲ ਗਈ, ਸਾਰਾ ਕੁਛ ਐ ਪੰਡਾਲ ਬਣਿਆ ਬਹੁਤ ਵੱਜੀ ਵਧੀਆ। ਦੇ ਐ ਮੈਂ ਵੀ ਆਉਂਦਿਆਂ ਨੂੰ ਉਹਨਾਂ ਦੇ ਲੋਕ ਖਾਤਾ ਗਾਉਣ ਡਿਆ ਸੀਗਾ। ਅੱਛਾ। ਹਾਂਜੀ। ਤੇ ਬੜਾ ਮਾਨਕ ਸਾਹਿਬ ਨੇ ਮੈਨੂੰ ਸ਼ਾਬਾਸ਼ ਦਿੱਤੀ ਤੇ ਬੜੇ ਖੁਸ਼ ਹੋਏ, ਪੈਸੇ ਵੀ ਉਹਨਾਂ ਦਿੱਤੇ, ਆਸ਼ੀਰਵਾਦ ਤੇ ਦੇਣਾ ਸੀਗਾ, ਬਹੁਤ ਖੁਸ਼ ਹੋਏ ਮਾਨਕ ਸਾਹਿਬ। ਤੇ ਜਦੋਂ ਇਹੋ ਜਿਹੇ ਉਸਤਾਦਾਂ ਦਾ ਆਸ਼ੀਰਵਾਦ ਹੋਵੇ ਤੇ ਮਾਲਕ ਦੀ ਆਪੇ ਕਿਰਪਾ ਹੋ ਜਾਂਦੀ। ਮੇਰੇ ਤੇ ਉਹ ਮਾਨਕ ਸਾਹਿਬ ਦਾ ਵੀ ਥਾਪੜਾ ਮੈਨੂੰ ਮਿਲਿਆ, ਤੇ ਬੜੀ ਵਾਰ ਮੈਨੂੰ ਮਾਨਕ ਸਾਹਿਬ ਨਾਲ ਸਟੇਜਾਂ ਕਰਨ ਦਾ ਵੀ ਮੌਕਾ ਮਿਲਿਆ, ਤੇ ਬਹੁਤ ਉਹਨਾਂ ਕੋਲੋਂ ਵੀ ਕਈ ਚੀਜ਼ਾਂ ਅਸੀਂ ਸਿੱਖੀਆਂ, ਮਾਨਕ ਸਾਹਿਬ ਕੋਲੋਂ ਅੱਜ ਤੱਕ ਵੀ ਸਿੱਖਦੇ, ਉਹਨਾਂ ਦੇ ਅੱਜ ਵੀ ਸੌਂਗ ਬਹੁਤ ਪਸੰਦ ਕਰਦੇ ਆਂ ਜੀ। ਹਾਂਜੀ। ਤੇ ਉਹ ਖੁਸ਼ੀ ਕਿੱਦਾਂ ਜ਼ਾਹਿਰ ਕਰੋਗੇ ਜਦੋਂ ਫਿਰ ਇੱਕੋ ਹੀ ਐਲਬਮ ਦੇ ਵਿੱਚ ਹੈ ਨਾ ਮਾਨਕ ਸਾਹਿਬ ਦਾ ਵੀ ਗੀਤ ਸੀਗਾ, ਤੁਹਾਡਾ ਵੀ ਗੀਤ ਸੀਗਾ? ਉਹ ਖੁਸ਼ੀ ਸਾਰੀ ਮਿਹਰਬਾਨੀ ਸੁਖਸ਼ਿੰਦਰ ਸ਼ਿੰਦਾ ਜੀ ਦੀ ਆ ਜੀ। ਉਹਨਾਂ ਦਾ ਮੈਂ ਬਹੁਤ ਰੀਣੀ ਆ ਤੇ ਸਦਾ ਰੀਣੀ ਰਹੂੰਗਾ। ਸੁਖਸ਼ਿੰਦਰ ਸ਼ਿੰਦਾ ਜੀ ਨੇ, ਜਿਨ੍ਹਾਂ ਨੇ ਮੈਨੂੰ ਬ੍ਰੇਕ ਦਿੱਤੀ ਜਦੋਂ ਮਤਲਬ ਊਧਮ ਸਿੰਘ ਦੀ ਵਾਰ ਤੋਂ। ਤੇ ਉਹ ਜਿਹੜੀ ਸ਼ਿੰਦਾ ਜੀ ਨੇ ਜਦੋਂ ਮੇਰੀ ਮੁਲਾਕਾਤ ਹੋਈ ਆ, ਤੇ ਸ਼ਿੰਦਾ ਜੀ ਨੇ ਮੇਰੇ ਜਿਹੜੇ 1-2 ਜਿਹੜੇ ਸੌਂਗ ਕੀਤੇ ਸੀ, ਉਹਨਾਂ 'ਚ ਤਕਰੀਬਨ ਉਹ ਮਾਲਕ ਦੀ ਕਿਰਪਾ ਹੋਈ, ਉਹ ਜਿਹੜਾ ਵੀ ਉਹਨਾਂ ਨੇ ਸੌਂਗ ਦਿੱਤਾ ਮਾਰਕੀਟ ਤੋਂ ਬਹੁਤ ਲੋਕਾਂ ਪਸੰਦ ਕੀਤਾ, ਮਾਣ ਮਿਲਿਆ। ਤੇ ਖੁਸ਼ੀ ਤੇ ਆਪੇ ਮੈਨੂੰ ਫਿਰ ਹੋਣੀ ਸੀਗੀ ਜਦੋਂ ਮਾਲਕ ਨੇ ਕਿਰਪਾ ਕਰਤੀ, ਕਿਉਂਕਿ ਮੈਂ ਇੰਨੀ ਜੋਗਾ ਨਹੀਂ ਸੀਗਾ ਤੇ ਨਾ ਮੇਰੇ ਕੋਲ ਇੰਨੇ ਪੈਸੇ ਸੀ ਜਿੰਨੇ ਉਹ ਲੈਂਦੇ। ਤੇ ਐਡਾ ਵੱਡਾ ਮਤਲਬ ਮਿਊਜ਼ਿਕ ਡਾਇਰੈਕਟਰ ਤੇ ਇਨਸਾਨ ਉਹਨਾਂ ਵਰਗਾ ਕੋਈ ਨਹੀਂ, ਬਹੁਤ ਵਧੀਆ ਇਨਸਾਨ ਆ। ਤੇ ਉਹ ਬੜਾ ਵਧੀਆ, ਉਹ ਟੀਮ ਸਾਰੀ ਨਾਲ ਕੰਮ ਕਰਕੇ ਮੈਨੂੰ ਸਕੂਨ ਮਿਲਿਆ, ਪ੍ਰਮਾਤਮਾ ਨੇ ਕਿਰਪਾ ਕੀਤੀ। ਮੈਂ ਜੈ ਜੀ ਬੀ ਦਾ ਬਹੁਤ ਧੰਨਵਾਦੀ ਹਾਂ, ਕਿਉਂਕਿ ਮੇਰੀ ਅੱਜ ਤੱਕ ਵੀ ਹਮੇਸ਼ਾ ਹੀ ਉਹ ਕਿਤੇ ਯਾਦ ਕਰੀਏ ਕਿਸੇ ਫੰਕਸ਼ਨ 'ਤੇ, ਆਪਣੇ ਕਿਸੇ ਘਰੇਲੂ ਕੰਮ 'ਚ ਕਿਤੇ ਵੀ, ਉਹਨਾਂ ਨੇ ਅੱਜ ਤੱਕ ਵੀ ਮੇਰੀ ਬਾਂਹ ਫੜਦੇ ਆ। ਬੈਂਸ ਸਾਹਿਬ
ਤੇ ਸੁਖਸ਼ਿੰਦਰ ਸ਼ਿੰਦਾ ਵੀ ਮੇਰੇ ਨਾਲ ਖੜਦੇ ਆ ਜੀ ਤੇ ਸਾਰੇ ਵੀਰਾਂ ਦਾ ਦਿਨੇਸ਼, ਗੁਰਮੁਖ ਗੋਗਾ, ਸਤੀ ਖੋਖੇ ਵਾਲੀਆ, ਇਹ ਜਿੰਨੀ ਵੀ ਟੀਮ ਹੈ ਬਹੁਤ ਮੇਰੇ ਨਾਲ ਬਹੁਤ ਪਿਆਰ ਕਰਦੀ ਹੈ। ਮੈਂ ਉਹਨਾਂ ਦਾ ਸਾਰਿਆਂ ਦਾ ਰੀਡਿੰਗ। ਜੀ ਸ਼ਿੰਦਾ ਸਾਹਿਬ ਨਾਲ ਜੇ ਦੋਸਤੀ ਦੀ ਗੱਲ ਕਰੀਏ ਤੇ ਕਿਵੇਂ ਉਸ ਨੂੰ ਬਿਆਨ ਕਰੋਗੇ ਜੇ ਕੋਈ ਇੱਕ ਸ਼ਬਦ ਤੁਸੀਂ ਚੁਣਨਾ ਹੋਵੇ ਆਪਣੀ ਦੋਨਾਂ ਦੀ ਦੋਸਤੀ ਲਈ? ਸ਼ਬਦ ਮੇਰੇ ਵਾਸਤੇ ਰੱਬ ਰੂਪ ਆ ਉਹ। ਅੱਛਾ ਹਾਂਜੀ, ਕਿਉਂਕਿ ਉਹ ਭਾਵੇਂ ਸਾਡੇ ਤੋਂ ਛੋਟੀ ਉਮਰ 'ਚ ਹੀ ਆ, ਮੈਂ ਅੱਜ ਵੀ ਉਹਨਾਂ ਕੋਲ ਕਈ ਚੀਜ਼ਾਂ ਸਿੱਖਦਾ। ਅਸੀਂ ਉਹਨਾਂ ਨੂੰ ਉਸਤਾਦ ਜੀ ਕਹਿੰਦੇ ਹਾਂ। ਜੀ ਇਹ ਤਾਂ ਸਰ ਦੋਸਤੀ ਦੀ ਗੱਲ ਹੋਈ ਹੈ। ਹਾਂ ਦੋਸਤੀ ਦੀ। ਅਸੀਂ ਤੁਰੇ ਜਾਂਦੇ ਹਾਂ ਤੇ ਤੁਸੀਂ ਉਹ ਸਮਾਂ ਵੀ ਦੇਖਿਆ ਹੈ ਜਦੋਂ ਸਟੇਜਾਂ ਗੱਡਿਆਂ ਤੇ ਜਾਂ ਟਰਾਲੀਆਂ 'ਚ ਲੱਗਦੀਆਂ ਹੁੰਦੀਆਂ ਸੀ, ਹੈ ਨਾ? ਉਹ ਸਮੇਂ ਨੂੰ ਯਾਦ ਕਰਕੇ ਜਦੋਂ ਯਾਦ ਕਰਦੇ ਹੋ ਕੁਝ ਇੱਦਾਂ ਫੀਲ ਹੁੰਦਾ ਕਿ ਅਸੀਂ ਪਤਾ ਨਹੀਂ ਕੀ ਪਿੱਛੇ ਛੱਡ ਦਿੱਤਾ ਹੈ। ਚਾਹੇ ਕਹਿੰਦੇ ਹੈ ਕਿ ਹੈ ਨਾ ਡਿਵੈਲਪਮੈਂਟ ਹੋਣੀ ਬਹੁਤ ਜ਼ਰੂਰੀ ਹੈ, ਅਸੀਂ ਦੇਸ਼ ਤਰੱਕੀ ਕਰ ਰਿਹਾ, ਪਰ ਫਿਰ ਵੀ ਉਸ ਸਮੇਂ ਨੂੰ ਤੁਸੀਂ ਯਾਦ ਕਰਦੇ ਹੋ, ਮਿਸ ਕਰਦੇ ਹੋ? ਤੁਸੀਂ ਗੱਡਿਆਂ ਦੀ ਗੱਲ ਕੀਤੀ ਆ, ਗੱਡਿਆਂ ਤੇ ਟਰਾਲੀਆਂ ਤੇ ਸਟੇਜਾਂ ਬਹੁਤ ਕੀਤੀਆਂ ਜੀ ਤੇ ਵਾਕਈ ਉਹ ਜਿਹੜਾ ਸਮਾਂ ਸਪੀਕਰਾਂ ਵਾਲਾ, ਜੀ ਗੱਡਿਆਂ ਵਾਲਾ, ਜਿਹੜਾ ਬਲਦਾਂ ਵਾਲਾ, ਆਦਿ ਮੇਰੇ ਗਾਣਿਆਂ 'ਚ ਮੈਨੂੰ ਸੱਭਿਆਚਾਰ ਗਾਣੇ ਵਧੀਆ ਲੱਗਦੇ ਕਿਉਂਕਿ ਸੱਭਿਆਚਾਰ ਨਾਲ ਜੁੜੇ ਆ। ਤੇ ਹੁਣ ਵੀ ਮੇਰਾ ਇੱਕ ਨਵਾਂ ਸੌਂਗ ਮੈਂ ਸੱਭਿਆਚਾਰ ਵਾਲਾ, ਜਿੱਦਾਂ ਦਾ ਚਰਖਾ ਸੌਂਗ ਆ ਹਾਂਜੀ ਇਦਾਂ ਦਾ ਉਹ ਨਵਾਂ ਕੀਤਾ, ਜਿੰਦ ਘਮਾਣ ਦਾ ਹੀ ਲਿਖਿਆ ਵਾ। ਅੱਛਾ ਉਹਨਾਂ ਦਾ ਲਿਖਿਆ। ਹਾਂਜੀ ਉਹਨਾਂ ਦਾ ਲਿਖਿਆ ਨਵਾਂ ਸੌਂਗ ਆ ਰਿਹਾ ਮੇਰਾ। ਹਾਂਜੀ ਤੇ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਦੇਖਿਆ ਹੈ ਨਾ? ਤੁਸੀਂ ਉਹ ਸਮਾਂ ਵੀ ਦੇਖਿਆ ਜਦੋਂ ਤੁਹਾਨੂੰ ਸਾਡਾ ਜਾਂ ਸੂਬੇ ਦਾ ਮਾਹੌਲ ਠੀਕ ਨਾ ਹੋਣ ਕਰਕੇ ਹੈ ਨਾ ਆਪਣਾ ਕਰੀਅਰ ਜਿਹੜਾ ਥੋੜਾ ਜਿਹਾ ਰੋਕਣਾ ਪਿਆ, ਜਾਂ ਫਿਰ ਉਸ ਵੇਲੇ ਹਾਲਾਤ ਹੀ ਇਦਾਂ ਦੇ ਸੀਗੇ, ਹੈ ਨਾ? ਹਾਂਜੀ। ਹਾਲਾਂਕਿ ਤੁਹਾਡੇ ਦਾਦਾ ਜੀ, ਤੁਹਾਡੇ ਫਾਦਰ ਸਾਹਿਬ ਜਿਹੜੇ ਹੈ ਉਹ ਗਾਇਕੀ ਦੇ ਨਾਲ ਜੁੜੇ ਹੋਏ ਸੀਗੇ, ਹੈ ਨਾ? ਗਾਇਕੀ ਤੁਹਾਨੂੰ ਆਪਣੇ ਖੂਨ ਦੇ ਵਿੱਚ ਹੀ ਜਿਹੜੀ ਹੈ ਮਿਲੀ ਹੋਈ ਹੈ, ਵਿਰਸੇ 'ਚ ਮਿਲੀ ਹੋਈ ਹੈ। ਪਰ ਹਾਲਾਤ ਜਾਨਣਾ ਚਾਹੂੰਗੀ, ਅੱਜ ਤੁਹਾਡੇ ਕੋਲ ਸਭ ਕੁਝ ਹੈਗਾ, ਹੈ ਨਾ? ਅੱਜ ਮਨਜੀਤ ਪੱਪੂ ਜੀ ਨੇ ਆਪਣੇ ਆਪ ਨੂੰ ਇੰਨਾ ਕਿ ਐਸਟੈਬਲਿਸ਼ ਕਰ ਲਿਆ, ਹੈ ਨਾ, ਕਿ ਤੁਹਾਡੇ ਕੋਲ ਸਭ ਕੁਝ ਹੈਗਾ। ਪਰ ਜਦੋਂ ਨਿੱਕੇ ਸੀਗੇ ਉਦੋਂ ਸਹੀ ਸੀਗਾ, ਘਰ ਦੇ ਵਿੱਚ ਗੁਜ਼ਾਰਾ ਵਧੀਆ ਹੁੰਦਾ ਸੀਗਾ ਉਸ ਟਾਈਮ? ਨਹੀਂ ਨਹੀਂ, ਬਹੁਤ ਔਖਾ ਗੁਜ਼ਾਰਾ ਸੀਗਾ, ਬਹੁਤ ਸੰਘਰਸ਼ ਕਰਨਾ ਪਿਆ। ਅੱਛਾ। ਤੇ ਇੰਨਾ ਮਤਲਬ ਆਪਾਂ ਕਹਿ ਦਈਏ ਵੀ ਬਹੁਤ ਵਧੀਆ ਨਹੀਂ ਗਏ, ਠੀਕ ਠੀਕ ਸੀਗੇ, ਨਾ ਜ਼ਿਆਦਾ ਵਧੀਆ ਤੇ ਨਾ ਮਾੜੇ ਵੀ ਇੰਨੇ ਨਹੀਂ ਗੇ ਹਾਲ, ਪਰ ਤੰਗੀਆਂ ਸੀਗੀਆਂ, ਤੰਗੀਆਂ ਦੇ ਦਿਨ ਸੀਗੇ। ਤੇ ਉਹ ਸਮਾਂ ਫਿਰ ਕਿਵੇਂ ਕੱਢਦੇ ਸੀਗੇ? ਕਦੀ ਇਦਾਂ ਮਹਿਸੂਸ ਤਾਂ ਨਹੀਂ ਹੁੰਦਾ ਸੀ ਪਤਾ ਨਹੀਂ ਇਸ ਆਪਣੀ ਸਿਚੁਏਸ਼ਨ ਤੋਂ, ਇਸ ਮਾਹੌਲ ਤੋਂ ਨਿਕਲਾਂਗੇ ਵੀ ਕਿ ਇਹਦੇ ਵਿੱਚ ਨਾ ਰਹਿ ਜਾਈਏ? ਇਹ ਹਰ ਇੱਕ ਨੂੰ ਜਦੋਂ ਤੰਗੀ ਤੋਸ਼ੀ ਹੁੰਦੀ ਹੈ, ਉਹਨੂੰ ਹਰ ਇੱਕ ਨੂੰ ਇਹ ਟੈਨਸ਼ਨ ਹੁੰਦੀ ਵੀ ਇਹ ਤੰਗੀਆਂ ਚੋਂ ਕਿਤੇ ਨਿਕਲਾਂਗੇ। ਤੇ ਪਰ ਉਹ ਨਿਗਾਹ ਜਦੋਂ ਮਾਲਕ ਦੀ ਸਵੱਲੀ ਹੋਵੇ ਨਾ ਤੇ ਸਾਰਾ ਕੁਝ ਸਹੀ ਹੋ ਜਾਂਦਾ। ਭਰੋਸਾ ਹੋਣਾ ਚਾਹੀਦਾ ਪ੍ਰਮਾਤਮਾ ਤੇ। ਤੁਹਾਨੂੰ ਜ਼ਿੰਦਗੀ ਨੇ ਬਹੁਤ ਸਾਰੀਆਂ ਆਪਣੀਆਂ ਪਰਤਾਂ ਦਿਖਾਈਆਂ ਹੋਣੀਆਂ, ਬਿਲਕੁਲ ਬਿਲਕੁਲ, ਬਹੁਤ ਕੁਝ ਤੁਸੀਂ ਦੇਖਿਆ ਹੈ, ਬਹੁਤ ਕੁਝ। ਤੇ ਇੰਨੇ ਤਜਰਬੇ ਤੋਂ ਬਾਅਦ ਜੇ ਤੁਸੀਂ ਅੱਜ ਜ਼ਿੰਦਗੀ ਬਾਰੇ ਜਦੋਂ ਸੋਚਦੇ ਹੋ ਕੀ ਖਿਆਲ ਆਉਂਦਾ ਹੈ, ਔਰ ਲੋਕਾਂ ਨੂੰ ਕੀ ਦੱਸਦੇ ਹੋ ਜਿਹੜੇ ਤੁਹਾਡੇ ਤੋਂ ਛੋਟੇ ਨੇ, ਚਾਹੇ ਇਸ ਇੰਡਸਟਰੀ ਦੇ ਵਿੱਚ ਹੋਣ, ਚਾਹੇ ਆਮ ਜ਼ਿੰਦਗੀ ਦੇ ਵਿੱਚ, ਤੇ ਉਹਨਾਂ ਨੂੰ ਕੀ ਦੱਸਦੇ ਹੋ ਕਿ ਇਹ ਸਬਰ ਰੱਖਣਾ ਜ਼ਰੂਰੀ ਹੁੰਦਾ, ਜਾਂ ਫਿਰ ਜ਼ਿੰਦਗੀ ਵਿੱਚ ਕਿਹੜੀਆਂ ਚੀਜ਼ਾਂ ਜ਼ਰੂਰੀ ਹੈ ਜੇ ਤੁਸੀਂ ਆਪਣੇ ਆਪ ਨੂੰ ਵਧੀਆ ਰੱਖਣਾ ਹੈ ਤੇ ਇਸ ਸਮਾਜ ਦੇ ਵਿੱਚ ਵੀ? ਸਿੰਗਿੰਗ ਜਿਹੜੀ ਆ ਅੱਜ ਦੇ ਯੁੱਗ ਦੀ, ਜਿਹੜੀ ਅੱਜ ਦੇ ਟਾਈਮ ਦੀ ਸਿੰਗਿੰਗ ਹੋਰ ਆ, ਜਿਹੜੇ ਸਾਡਾ ਵੇਲਾ ਸੀਗਾ ਉਹ ਹੋਰ ਸੀਗਾ। ਉਹ ਇਦਾਂ ਦਾ ਇੱਕ ਤੇ ਸਾਨੂੰ ਹੁਣ ਜਿਹੜੇ ਬੱਚੇ ਆ ਮੈਂ ਵੇਖਿਆ ਜਿਹੜੇ ਤੇ ਸਿੱਖ ਕੇ ਆ ਰਹੇ ਆ ਉਹ ਤੇ ਵਧੀਆ ਹੀ ਆ, ਤੇ ਕਈ ਤੁੱਕੇ ਵਾਲੇ ਜਿਹੜੇ ਆ ਉਹ ਫਿਰ 4 ਦਿਨ ਹੀ ਰਹਿੰਦੇ ਆ, ਉਹ ਤੇ ਨਹੀਂ ਗੱਲ ਬਣਦੀ। ਮੈਂ ਤੇ ਇਹੀ ਕਹੂੰਗਾ ਕਿ ਸਿੱਖ ਕੇ ਹੀ ਇੱਧਰ ਨੂੰ ਕਦਮ ਧਰੋ ਜੇ ਕਰਨਾ, ਤੇ ਕਿਉਂਕਿ ਜਿਹੜੇ ਬੰਦੇ ਸਿੱਖੇ ਉਹ ਕੁਝ ਟਿਕਦੇ ਵੀ ਆ। ਹਾਂਜੀ, ਤੇ ਅਸੀਂ ਤੇ ਸਾਰੀ ਰਾਤ ਹੀ ਪ੍ਰੈਕਟਿਸ ਕਰਦੇ ਰਹਿੰਦੇ ਸੀ। ਸੱਚਾਈ ਪੂਰੀ ਰਾਤ ਰਿਆਜ਼ ਚੱਲਦਾ ਨਾ ਵੀ ਡੰਗਰਾਂ ਵਾਲੇ ਅੰਦਰ ਅਸੀਂ ਜਿੱਥੇ ਡੰਗਰ ਬੰਨੀ ਦੇ ਸੀਗੇ, ਸਾਡੇ ਕੋਲ ਘੋੜੀ ਹੁੰਦੀ ਸੀ ਸਾਡੇ ਵੱਡੇ ਬ੍ਰਦਰ ਕੋ, ਤੇ ਉਹਨਾਂ ਟਾਂਗਾ ਹੁੰਦਾ ਸੀ ਸਾਡਾ। ਟਾਂਗਾ ਉਹਦਾ ਭਰਾ ਦਾ ਹੁੰਦਾ ਸੀ। ਘੋੜੀ ਬਹੁਤ ਵਧੀਆ ਹੁੰਦੀ ਸੀ ਉਹਦੇ ਕੋਲ, ਤੇ ਘੋੜੀ ਦੀ ਰਾਖੀ ਰੱਖਣੀ, ਨਾਲੇ ਅਸੀਂ ਡੰਗਰ ਵੱਛੇ ਦੀ ਜੋ ਮਾਲ ਹੁੰਦਾ ਸੀਗਾ ਉਹਦੇ ਵਿੱਚ ਹੀ ਅੰਦਰੋਂ ਡੰਗਰਾਂ ਦਾ ਕਰਕੇ ਦਰਵਾਜ਼ਾ ਹੀ ਬੰਦ ਕਰ ਲੈਣੇ, ਉਹ ਸਟੂਡੀਓ ਹੀ ਬਣ ਜਾਂਦਾ ਸੀ। ਅਸੀਂ ਤਾਂ ਬਹੁਤ ਲਗਾਤਾਰ 4-4 5-5 ਘੰਟੇ ਪਤਾ ਨਹੀਂ ਕਿਹੜੇ ਵੇਲੇ ਦਿਨ ਚੰਨ ਡੈ ਬਣਾ, ਤੇ ਉਹ ਅਸੀਂ ਕਲੀਆਂ ਮਾਨਕ ਸਾਹਿਬ ਦੀਆਂ ਤੇ ਗਾਉਂਦੇ ਰਹਿਣਾ, ਇੰਨੀ ਪ੍ਰੈਕਟਿਸ ਹੋ ਜਾਣੀ। ਤੇ ਪ੍ਰੈਕਟਿਸ ਹੀ ਇੰਨੀ ਹੋ ਜਾਂਦੀ ਸੀਗੀ, ਤੇ ਬਾਕੀ ਸਟੇਜਾਂ ਅਸੀਂ ਨਾਲ ਕਰਦੇ। ਪਰ ਉਹ ਜਿਹੜਾ ਦੌਰ ਸੀਗਾ ਨਾ ਉਹ ਵਧੀਆ ਸੀਗਾ। ਸਾਨੂੰ ਉਹ ਗਾਣੇ ਜ਼ਬਾਨੀ ਯਾਦ ਕਰਨੇ, ਤਵਿਆਂ ਤੇ ਨਾ ਕੋਈ ਸੁਣਨ ਨੂੰ ਹੋਣਾ ਸਾਥੋਂ। ਉਦੋਂ ਹਾਣ ਤੇ ਕਿੰਨੇ ਸਿਸਟਮ ਆ ਗਏ, ਤੇ ਪਹਿਲਾਂ ਗਾਣੇ ਨੂੰ ਉੱਥੇ ਤਵਿਆ ਮਸ਼ੀਨ ਵਾਲੇ ਨੂੰ ਕਹਿਣਾ ਲਾ, ਫਿਰ ਸਪੀਕਰ 'ਚ ਸੁਣਨਾ, ਇਹ ਚੀਜ਼ਾਂ ਜਿਹੜੀਆਂ ਉਹ ਬਹੁਤ ਵਧੀਆ ਸੀ। ਤੁਸੀਂ ਕਿਹੜੇ ਗਾਣੇ ਸੁਣਦੇ ਹੁੰਦੇ ਸੀ ਉਦੋਂ? ਮਾਨਕ ਸਾਹਿਬ ਦੇ, ਬਹੁਤ ਮਾਨਕ ਸਾਹਿਬ ਦੇ, ਤੇ ਉਸਤਾਦ ਜੀ ਦੇ, ਯਮਲਾ ਸਾਹਿਬ ਜੀ ਦੇ, ਹੋਰ ਵੀ ਸਰਿੰਦਰ ਸ਼ਿੰਦਾ ਜੀ ਜਿਹੜੇ ਕਿ ਕਿਆ ਬਾਤਾਂ ਮਹਾਰਾਜ ਉਹਨਾਂ ਦੀਆਂ ਵੀ, ਤੇ ਉਹ ਵੀ ਬਹੁਤ ਕਮਾਲ ਕਲੀਆਂ ਉਹਨਾਂ ਦੀਆਂ ਵੀ ਸੁਣਦੇ ਰਹੇ ਆ। ਤੇ ਡਿਊਟ ਬੜੇ ਕਰਤਾਰ ਰਮਲਾ ਨੂੰ ਮੈਂ ਬਹੁਤ ਅੱਜ ਤੱਕ ਪਸੰਦ ਕਰਦਾ, ਤੇ ਹੁਣੇ ਥੋੜਾ ਚਿਰ ਹੋਇਆ ਗਿਆ ਨੂੰ,
ਬਹੁਤ ਅੱਜ ਵੀ ਉਹਨਾਂ ਦੇ ਡਿਊਟ ਕੱਢ ਕੇ ਸੁਣਦਾ ਮੈਂ ਕਰਤਾਰ ਰਾਮਦਾਸ ਸਾਹਿਬ ਦੇ। ਅੱਛਾ, ਜਦੋਂ ਤੁਸੀਂ ਆਪਣੀ ਪਹਿਲੀ ਹੈ ਨਾ ਰਿਕਾਰਡਿੰਗ ਕਰਵਾਈ ਹੈ, ਤੁਹਾਨੂੰ ਕੈਸਟਾ ਫੜਾ ਦਿੱਤੀ ਕਿ ਇਹਨੂੰ ਵੇਚਣਾ ਵੀ ਤੁਸੀਂ ਆਪ ਹੀ ਹੈ ਨਾ? ਹਾਂਜੀ ਹਾਂਜੀ ਹਾਂਜੀ। ਉਸ ਵੇਲੇ ਇਦਾਂ ਲੱਗਿਆ ਨਾ ਨਹੀਂ ਕਿ ਮਸਾ ਤਾਂ ਮੈਂ ਰਿਕਾਰਡ ਕਰਵਾਇਆ ਆਪਣਾ ਗੀਤ ਤੇ ਹੁਣ ਆ ਨਵਾਂ ਜੱਪ ਪਾਤਾ, ਹੁਣ ਪਤਾ ਨਹੀਂ ਹੈ ਕਿ ਵਿਕਣਗੀਆਂ, ਲੋਕੀ ਸੁਣਨਗੇ, ਕਦੀ ਤਾਂ ਡਰ ਆਉਂਦਾ ਪਹਿਲੀ ਸੀਗਾ। ਮੇਰੀ ਹੋਈ ਧਾਰਮਿਕ ਕੈਸਟ ਸੀ ਨਾ, ਉਹਨਾਂ ਵਿੱਚ ਤਦ ਉਹ ਦਿੱਤੀ ਸੀਗੀ ਕੈਸਟ ਸਾਨੂੰ, ਧਾਰਮਿਕ ਕੈਸਟ ਹੀ ਦਿੱਤੀ ਸੀਗੀ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਧਾਰਮਿਕ ਪ੍ਰੋਗਰਾਮ ਕਰਦੇ ਆ ਤੇ ਮੈਂ ਦਾੜਾ ਵੀ ਰੱਖਿਆ ਸੀਗਾ, ਕੇਸ ਵੀ ਦਸਤਾਰ ਸਜਾਉਂਦਾ ਸੀਗਾ ਤੇ ਉਦੋਂ ਅਸਲ 'ਚ ਪੰਜਾਬ 'ਚ ਤੇ ਅਸੀਂ ਪ੍ਰੋਗਰਾਮ ਕਰਦੇ ਸੀਗੇ ਤੇ ਮੈਂ ਗਵਾਲੀਅਰ ਮੱਸਿਆ ਬੁੱਕ ਕੀਤੀਆਂ ਨਹੀਂ, ਮੈਂ ਗਵਾਲੀਅਰ ਕਿਲੇ ਤੇ ਮੱਸਿਆ ਵੀ ਲਾਉਣ ਜਾਂਦੇ ਰਹੇ ਪ੍ਰੋਗਰਾਮ, ਉੱਥੇ ਉਹਨਾਂ ਬੁੱਕ ਬਾਬਾ ਜੀ ਨੇ ਸਾਨੂੰ ਪੱਕਾ ਮੱਸਿਆ ਦਾ ਬੁਕਿੰਗ ਦਿੱਤੀ ਸੀਗੀ ਤੇ ਇਸ ਕਰਕੇ ਉਹਨਾਂ ਦਿੱਤੀਆਂ ਸੀ ਸਾਨੂੰ ਵੀ ਇਹ ਇੰਨੀਆਂ ਕਿ ਨਾ ਆਮ ਹੀ ਵੇਚ ਦੇਣੀਆਂ, ਇਹ ਕਰਕੇ ਕਿਉਂਕਿ ਬਾਜ਼ਾਰ ਬੰਦ ਹੁੰਦੇ ਸੀਗੇ, ਜਦੋਂ ਮਰਜ਼ੀ ਬਾਜ਼ਾਰ ਬੰਦ ਹੋ ਜਾਂਦੇ ਤੇ ਉਹਨਾਂ ਨੂੰ ਇਹ ਵੀ ਜਿੱਥੇ ਗਾਉਣਗੇ ਪ੍ਰੋਗਰਾਮ ਤੇ ਅਨਾਉਂਸ ਕਰਨਗੇ ਤੇ ਇਹਨਾਂ ਦੀ ਕੈਸਟ ਇਹਨਾਂ ਆਪ ਹੀ ਦੇ ਦੇਣੀ, ਇਹ ਕਰਕੇ ਉਹ ਦਿੱਤੀਆਂ ਸੀ ਉਹਨਾਂ ਕੰਪਨੀ ਨੇ ਕਿ ਤੁਸੀਂ ਆਹ ਸੇਲ ਕਰਕੇ ਸਾਨੂੰ ਪੈਸੇ ਦੇ ਦਿਓ। ਤੁਸੀਂ ਮਿਹਨਤ ਬਹੁਤ ਕੀਤੀ ਹੈ, ਬਾਬਾ ਜੀ ਨੇ ਤੁਹਾਡੇ ਤੇ ਮਿਹਰ ਵੀ ਕੀਤੀ, ਪਰ ਕਦੀ ਇਦਾਂ ਤਾਂ ਨਹੀਂ ਹੋਇਆ, ਕਦੀ ਜ਼ਿੰਦਗੀ 'ਚ ਉਹ ਸਮਾਂ ਤਾਂ ਨਹੀਂ ਆਇਆ ਕਿ ਜਦੋਂ ਤੁਹਾਨੂੰ ਤੁਹਾਡੇ ਹੌਸਲੇ ਵੀ ਟੁੱਟ ਗਏ ਕਿ ਨਹੀਂ ਹੁਣ ਨਹੀਂ ਹੁੰਦਾ ਪਿਆ, ਜਾਂ ਕੰਮ ਹਮੇਸ਼ਾ ਠੀਕ ਚੱਲਦਾ ਸੀਗਾ? ਨਹੀਂ, ਹੌਸਲਾ ਨਹੀਂ ਕਦੀ ਮੈਂ ਮਤਲਬ ਇਹ ਕੰਮ ਤੋਂ ਨਹੀਂ ਹੌਸਲਾ ਕਦੀ ਛੱਡਿਆ ਵੀ ਨਹੀਂ ਯਾਰ ਇਹ ਨਹੀਂ ਕੰਮ ਕਰਨਾ। ਸਾਡੇ ਨਾਲ ਦੇ ਕਈ ਛੱਡ ਛੁੱਟ ਕੇ ਕਈ ਚੱਲ ਚੁਲ ਗਏ, ਕਿਤੇ ਪਰਾਂ ਬਾਹਰ ਅੰਦਰ ਜਾ ਕੇ ਹੋਰ ਕੰਮ ਕਰਕੇ ਬੈਠੇ ਜਿਹੜੇ ਸਾਡੇ ਵੇਲਿਆਂ ਦੇ ਗਾਉਣ ਵਾਲੇ ਵੀ, ਪਰ ਅਸੀਂ ਮਤਲਬ ਪੂਰੀ ਸਿਰੜ ਰੱਖੀ ਵੀ ਨਹੀਂ ਇਹ ਕੰਮ ਇਹੀ ਕਰਨਾ, ਰੋਟੀ ਆਪਾਂ ਇੱਥੋਂ ਹੀ ਖਾਧੀ, ਬੱਚੇ ਵੀ ਇੱਥੋਂ ਹੀ ਪਾਲੇ, ਪੜ੍ਹਾਏ ਲਿਖਾਏ ਸਾਰਾ ਕੁਝ। ਤੇ ਉਹ ਵੀ 뮤직 'ਚ ਇੰਟਰਸਟ ਰੱਖਦੇ ਬੱਚੇ? ਹਾਂ, ਬੇਟੇ ਮੇਰੇ ਦੋਵੇਂ ਮਿਊਜ਼ਿਕ ਡਾਇਰੈਕਟਰ ਆ ਜੀ, ਅਰਬਨ ਵੌਇਸ ਤੇ ਵਧੀਆ ਉਹਨਾਂ ਦੇ ਵੀ ਕਾਫੀ ਉਹਨਾਂ ਨੇ ਟਰੈਕ ਕੀਤੇ ਆ ਤੇ ਉਸਤਾਦ ਸ਼ਿੰਦਾ ਜੀ ਕੋ ਉਹਨਾਂ ਕਾਫੀ ਕੁਝ ਸਿੱਖਿਆ, ਸਿੱਖ ਕੇ ਤੇ ਬਾਕੀ ਕਲਾਸੀਕਲ ਤੋਂ ਮੈਂ ਉਹਨਾਂ ਨੂੰ ਸ਼ੁਰੂਆਤ ਕਰਾਈ ਸੀਗੀ ਤੇ ਸ਼ਿੰਦਾ ਜੀ ਨੇ ਉਹਨਾਂ ਦੇ ਤਬਲੇ ਤੇ ਹੱਥ ਰਖਾਇਆ ਬੇਟੇ ਵੱਡੇ ਦਾ, ਤੇ ਦੂਜੇ ਨੂੰ ਗਿਫਟ ਵੀ ਉਹਨਾਂ ਨੇ ਵਾਜਾ ਤੇ ਤਬਲਾ ਸ਼ਿੰਦਾ ਜੀ ਨੇ ਕੀਤਾ ਮੇਰੇ ਬੱਚਿਆਂ ਨੂੰ, ਛੋਟਿਆਂ ਨੂੰ। ਜਿਹੜੇ ਜੋ ਕਲਾਕਾਰ ਤੁਹਾਡੇ ਕਹਿ ਸਕੀਏ ਕਿ ਉਸ ਸਮੇਂ ਦੇ ਵਿੱਚ ਗਾਉਂਦੇ ਸੀ, ਸਮਕਾਲੀਨ ਜਿਹੜੇ ਸੀਗੇ ਹੈ ਨਾ, ਹਾਂਜੀ, ਕਈ ਤਾਂ ਬਾਹਰ ਸੈਟਲ ਹੈਗੇ ਆ, ਜ਼ਿਆਦਾ ਤਾਂ ਅਸੀਂ ਦੇਖਦੇ ਹਾਂ ਕਿ ਬਾਹਰ ਜਿਹੜੇ ਆ ਉਹ ਉੱਥੇ ਹੀ ਉਹਨਾਂ ਨੇ ਆਪਣੀ ਰਿਹਾਇਸ਼ ਰੱਖੀ ਹੈ, ਤੁਸੀਂ ਅਜੇ ਵੀ ਇੱਥੇ ਬਿਆਸ ਹੀ ਰਹਿੰਦੇ ਹੋ, ਇਹਦਾ ਕੀ ਕਾਰਨ ਰਿਹਾ ਕਿ ਤੁਸੀਂ ਪੰਜਾਬ ਨਹੀਂ ਛੱਡਣਾ ਚਾਹੁੰਦੇ ਸੀ? ਵੈਸੇ ਬਾਹਰ ਤੁਸੀਂ ਜਾਂਦੇ ਜ਼ਰੂਰ ਹੋ। ਨਹੀਂ, ਅਸਲ 'ਚ ਮੇਰੇ ਤੇ ਜ਼ਿੰਮੇਵਾਰੀਆਂ ਬੜੀਆਂ ਸੀਗੀਆਂ, ਮੇਰੀਆਂ ਬੇਟੀਆਂ ਸੀਗੀਆਂ, ਉਹਨਾਂ ਨੂੰ ਮੈਂ ਸੈਟਲ ਕਰਨਾ ਸੀਗਾ, ਪੜ੍ਹਾਉਣਾ, ਪੜ੍ਹਦੀਆਂ ਸੀਗੀਆਂ, ਜਦੋਂ ਮੈਂ ਬਾਹਰ ਜਾਣਾ ਆਉਣਾ ਸ਼ੁਰੂ ਕੀਤਾ ਤੇ ਫਿਰ ਉਹ ਸ਼ਾਦੀਆਂ ਉਹਨਾਂ ਦੀਆਂ ਕਰਨੀਆਂ ਹੈਗੀਆਂ ਤੇ ਬੇਟੀਆਂ ਕਰਕੇ ਥੋੜਾ ਜਿਹਾ, ਤੇ ਨਹੀਂ ਤੇ ਮੈਂ ਵੀ ਰੁਕ ਸਕਦਾ ਬਾਹਰ ਉਦੋਂ ਵੀ, ਪਰ ਮੈਂ ਹੁਣ ਵੀ ਰਹਿ ਸਕਦੇ, ਜਾ ਸਕਦੇ ਆ, ਕੋਈ ਚੱਕਰ ਨਹੀਂ, ਪਰ ਵਧੀਆ ਮੈਨੂੰ ਇੰਡੀਆ ਹੀ ਲੱਗਦਾ ਤੇ ਇਸ ਕਰਕੇ ਮੈਂ ਤੇ ਇੱਥੇ ਪਸੰਦ ਕਰਦਾ ਜ਼ਿਆਦਾ, ਜਾਈ ਆਈਦਾ, ਚਲੋ ਜਾ ਕੇ ਆ ਜੇ, ਚਲੋ ਕੋਈ ਗੱਲ ਨਹੀਂ ਇਹਦੀ ਤੇ ਸਹੀ ਆ। ਬਾਕੀ ਕਈ ਹਾਲਾਤ ਵੇਖ ਕੇ ਭੱਜੀ ਜਾਂਦੇ ਸਿੰਗਰ, ਪਰ ਮੈਂ ਤੇ ਨਹੀਂ ਇਹ ਚਾਹੁੰਦਾ ਵੀ ਜਾਣ ਆਪਣਾ ਦੇਸ਼ ਛੱਡਣਾ ਤੇ ਕਮਾਈ ਜੀ ਉੱਥੇ ਕਰਨ, ਇੱਥੇ ਕਰਨ, ਜਾਣ ਆਉਣ ਸਾਰੇ, ਤੇ ਜਿਹਦਾ ਦਿਲ ਕਰਦਾ ਰਵੇ ਵੀ, ਕੋਈ ਗੱਲ ਨਹੀਂ, ਇਹ ਕਿਹੜੀ ਗੱਲ ਫਿਰ ਕੀ ਆ। ਅੱਛਾ, ਤੁਹਾਡਾ ਇੱਕ ਡਾਲਰ ਗੀਤ ਆਇਆ ਸੀ ਜੋ ਬਹੁਤ ਚੱਲਿਆ ਹੈ ਨਾ? ਹਾਂਜੀ, ਇੱਕ ਤੁਹਾਡਾ ਡਾਲਰ ਆਇਆ, ਇੱਕ ਉਸ ਤੋਂ ਬਾਅਦ ਆਇਆ ਸੀ ਸਿੱਧੂ ਦਾ ਡਾਲਰ, ਹੈ ਨਾ? ਇਹ ਸੱਤੀ ਖੋਖੇਵਾਲੀਏ ਦਾ ਲਿਖਿਆ ਜਿਹੜਾ ਡਾਲਰ, ਹਾਂ, ਅਮਨ ਹੇਰ ਦਾ ਮਿਊਜ਼ਿਕ ਸੀਗਾ ਤੇ ਇਹ ਸਿੱਧੂ ਸਾਹਿਬ ਨੇ ਜਿਹੜਾ ਕੀਤਾ, ਮੂਸੇਵਾਲ ਮੇਰੇ ਵੀਰ ਨੇ, ਚਲੋ ਹੁਣ ਸਾਡਾ ਵੀਰ ਉਹ ਦੁਨੀਆ ਤੇ ਨਹੀਂ ਰਿਹਾ, ਪਰ ਉਹਦੇ ਜੀਂਦੇ ਜੀ ਵੀ ਮੈਨੂੰ ਕਈਆਂ ਚੈਨਲਾਂ ਤੋਂ ਕਈਆਂ ਨੇ ਕਿਹਾ ਵੀ ਯਾਰ ਤੇਰਾ ਉਹ ਸੌਂਗ ਉਹਨਾਂ ਨੇ ਇਦਾਂ ਕਰ ਲਿਆ, ਉੱਦਾਂ ਕਰ ਲਿਆ। ਮੈਂ ਕਿਹਾ ਯਾਰ ਰਾਈਟਰ ਨੇ ਨਹੀਂ ਉਹਨੂੰ ਕੋਈ ਗੱਲ ਕੀਤੀ, ਮਿਊਜ਼ਿਕ ਡਾਇਰੈਕਟਰ ਉਹਦੇ ਨਾਲ ਜਾਂਦਾ, ਸਿੱਧੂ ਸਾਹਿਬ ਦੇ ਨਾਲ ਜਾਂਦਾ, ਸਿੱਧੂ ਮੂਸੇਵਾਲੇ ਦੇ ਨਾਲ ਅਮਨ ਹੇਰ ਸਾਰਾ ਗਰੁੱਪ ਨਾਲ ਲੈ ਕੇ ਜਾਂਦਾ ਆਪਣਾ, ਕਈ ਰਾਂ ਬਾਹਰ ਜਦੋਂ ਪ੍ਰੋਗਰਾਮ ਸ਼ੋਅ ਕਰਦੇ ਸੀਗੇ ਤੇ ਮੈਨੂੰ ਆਂਦੇ ਵੀ ਤੂੰ ਯਾਰ ਤੈਨੂੰ ਕੋਈ ਇਤਰਾਜ਼ਗੀ? ਮੈਂ ਕਿਹਾ ਠੀਕ ਹੈ, ਮੈਂ ਗਾਇਆ, ਮੇਰਾ ਫਲ ਮੈਨੂੰ ਮਿਲ ਗਿਆ, ਮੇਰਾ ਸੌਂਗ ਚੱਲ ਗਿਆ, ਪਹਿਲਾਂ ਆਇਆ, ਠੀਕ ਆ, ਉਹ ਉਹਨਾਂ ਦੀ ਰਹਿ ਨਾ ਉਹਨੇ ਸੌਂਗ ਕੱਢਿਆ ਜਾਂ ਪਤਾ ਨਹੀਂ ਕੀ ਚੱਕਰ ਆ, ਤੇ ਮੈਂ ਕਿਹਾ ਯਾਰ ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ, ਪਰ ਮੇਰੀ ਕਿਸਮਤ ਮੇਰੇ ਨਾਲ, ਉਹਦੇ ਨਾਲ ਜੇ ਉਹਨੇ ਲੈਣਾ, ਕਈ ਰਾਂ ਹੋ ਸਕਦਾ ਅਮਨ ਭਾਜੀ ਦੇ ਨਾਲ ਉਹਨਾਂ ਰਹਿਣਾ ਹੀ ਗਾਣਾ ਕੱਢਿਆ ਹੋਵੇ। ਬਿਲਕੁਲ, ਕਿਉਂਕਿ ਉਹਨਾਂ ਦੀ ਆਪਸ 'ਚ ਵਧੀਆ ਯਾਰੀ ਦੋਸਤੀ ਸੀਗੀ। ਬਿਲਕੁਲ, ਪਰ ਗੱਲ ਇਹ ਹੈ ਕਿ ਤੁਹਾਡਾ ਵੀ ਬਹੁਤ ਵਧੀਆ ਚੱਲਿਆ ਸੀ ਡਾਲਰ, ਹੈ ਨਾ? ਉਹਨਾਂ ਦਾ ਡਾਲਰ ਵੀ ਬਹੁਤ ਵਧੀਆ। ਮੇਰਾ ਆਪਣਾ ਸਟਾਈਲ ਆ ਗਾਉਣ ਦਾ, ਉਹਨਾਂ ਦਾ ਵੀਰ ਦਾ ਆਪਣਾ ਸੀਗਾ, ਮੈਨੂੰ ਕੋਈ ਵੈਸੇ ਨਹੀਂ ਇਤਰਾਜ਼ਗੀ। ਮੇਰਾ ਤੇ ਗਜਰੇ ਬੋਲਦੇ ਗਾਣਾ ਜਿਹੜਾ ਉਹ ਚੋਰੀ ਕਰ ਲਿਆ ਸੀਗਾ ਰਣਜੀਤ ਬਾਠ ਨੇ, ਹਾਂ, ਤੇ ਮੈਂ ਉਦੋਂ ਅਸੀਂ ਨਹੀਂ ਉਹ ਕਿਹਾ ਚੱਲ ਯਾਰ ਕੋਈ ਗੱਲ ਨਹੀਂ, ਪਰ ਆਪੋ ਆਪਣਾ ਕਿਸਮਤ ਆ, ਉਹ ਮਾਲਕ ਤੇ ਭਰੋਸਾ ਰੱਖਣਾ ਚਾਹੀਦਾ। ਮੇਰਾ ਉਦੋਂ ਵੀ ਚੱਲ ਗਿਆ ਸੀਗਾ ਤੇ ਉਹਦਾ ਵੀ ਚੱਲ ਗਿਆ ਸੀ, ਮੈਂ ਵੀ ਉਹਨੂੰ ਮਿਲ ਗਈ ਕਿਸਮਤ, ਪਰ ਜਿਹੜਾ ਮੇਰਾ ਹੈਗਾ ਆ ਜਾ ਦੋਵੇਂ ਨੱਚੀਏ ਗਿੱਧੇ 'ਚ ਮੱਖਣਾ, ਮੇਰੇ ਗਜਰੇ ਬੋਲਦੇ ਮੱਖਣ ਭੈਣੀ ਵਾਲੇ ਦਾ ਲਿਖਿਆ ਸੀਗਾ ਸਾਡੇ ਵੀਰ ਦਾ, ਤੇ ਉਹ ਗਾਣਾ ਅਸਲ 'ਚ ਹੋ ਗਿਆ ਚਲੋ ਜੋ ਵੀ, ਪਰ
ਜੋ ਸੁਖਸ਼ਿੰਦਰ ਸ਼ਿੰਦਾ ਜੀ ਦਾ ਉਹ ਮਿਊਜ਼ਿਕ ਸੀਗਾ ਉਹ ਗਾਣੇ ਦਾ, ਉਹ ਗਾਣਾ ਤੋਬਾ ਜੀ, ਅੱਜ ਵੀ ਲੋਕੀ ਉਹ ਗਾਣੇ ਨੂੰ ਬਹੁਤ ਸੁਣਦੇ ਤੇ ਪਸੰਦ ਵੀ ਮਿਊਜ਼ਿਕ ਸ਼ਿੰਦਾ ਜੀ ਦਾ ਬਹੁਤ ਕਰਦੇ ਆ। ਹੁਣ ਜਦੋਂ ਇਹਦਾ ਅਸੀਂ ਤਰੱਕੀ ਕਰ ਰਹੇ ਹੈ ਨਾ, ਸਾਡਾ ਦੇਸ਼ ਹੈ, ਸਾਡਾ ਸੂਬਾ ਤਰੱਕੀ ਕਰ ਰਿਹਾ, ਅਸੀਂ ਕਹਿ ਰਹੇ ਕਿ ਸੁਨਹਿਰਾ ਸਮਾਂ ਜਿਹੜਾ ਹੈ ਨਾ ਉਹ ਆ ਰਿਹਾ, ਪਰ ਜਿਹੜਾ ਸਮਾਂ ਤੁਸੀਂ ਵੇਖਿਆ ਹਾਂਜੀ ਉਹਨੂੰ ਕਹਿੰਦੇ ਕਿ ਉਹ ਅਸਲ ਵਿੱਚ ਪੰਜਾਬ ਨੂੰ ਜਦੋਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਨਾ, ਉਸ ਤੋਂ ਪਹਿਲੇ ਦਾ ਕਹਿ ਲਈਏ ਜਾਂ ਉਹ ਸਮਾਂ ਸੀਗਾ ਕਿ ਜਦੋਂ ਲੋਕੀ ਬਹੁਤ ਖੁਸ਼ਹਾਲ ਹੁੰਦੇ ਸੀਗੇ। ਅੱਜ ਦੇ ਸਮੇਂ 'ਚ ਜਦੋਂ ਦੇਖਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਵਾਕਈ ਖੁਸ਼ੀਆਂ ਜਿਹੜੀਆਂ ਹੈ ਉਹ ਸਿਰਫ ਅਸੀਂ ਕੈਮਰੇ ਤੱਕ ਹੀ ਰੱਖੀਆਂ ਹੋਈਆਂ, ਪਰ ਅਸਲ ਜ਼ਿੰਦਗੀ ਦੇ ਵਿੱਚ ਲੋਕ ਜਿਹੜੇ ਆ ਬੜੇ ਮਾਯੂਸ ਨੇ। ਅਸਲ 'ਚ ਉਦੋਂ ਪਿਆਰ ਬੜਾ ਸੀਗਾ ਪਰਿਵਾਰਾਂ 'ਚ, ਪਰਿਵਾਰ ਸੀਗੇ ਇਕੱਠੇ, ਪਰਿਵਾਰ ਇਕੱਠੇ ਹੋਣ ਕਰਕੇ ਦਾਦੀਆਂ ਕੋਲੋਂ ਬਜ਼ੁਰਗਾਂ ਕੋਲੋਂ ਪਿਆਰ ਬਹੁਤ ਮਿਲਦਾ ਸੀਗਾ। ਥਪਾਕ ਫੈਮਲੀਆਂ ਜਿਹੜੀਆਂ ਹੈਗੀਆਂ ਉਹਦਾ ਕਰਕੇ ਸਾਰਾ ਕੁਝ ਸਹੀ ਸੀਗਾ। ਉਸ ਤੋਂ ਬਾਅਦ ਖਿੰਡਿਆ ਤਾਦਵਾ ਪਰਿਵਾਰ ਦੂਰ ਇੱਕ ਦੂਜੇ ਤੋਂ ਹੋਣ ਡਿਆ ਪਏ, ਥੋੜ੍ਹਾ ਜਿਹਾ ਰਿਸ਼ਤਿਆਂ ਨੂੰ ਤਾਦੇ ਥੋੜ੍ਹਾ ਜਿਹਾ ਹੋ ਗਿਆ। ਤੁਸੀਂ ਉਹ ਚੀਜ਼ਾਂ ਮਿਸ ਕਰਦੇ ਜਦੋਂ ਤੁਹਾਡੇ ਬਹੁਤ ਜ਼ਿਆਦਾ ਜੀ, ਜਦੋਂ ਤੁਹਾਡਾ ਪਰਿਵਾਰ ਸੀਗਾ, ਮਾਤਾ ਪਿਤਾ ਸੀਗੇ ਸਾਰੇ ਮਾਤਾ ਪਿਤਾ ਤੇ ਭੁੱਲ ਹੀ ਨਹੀਂ ਸਕਦੇ। ਇਹ ਪਰਿਵਾਰ ਜਿਹੜੇ ਆ ਇਹ ਤੇ ਜਿਹੜੇ ਮਾਂ ਪਿਓ ਹੁੰਦੇ ਉਹ ਕਿਸੇ ਨੂੰ ਵੀ ਨਹੀਂ ਭੁੱਲਦੇ, ਪਰ ਉਹ ਜਦੋਂ ਇਕੱਠੇ ਪਰਿਵਾਰ ਚਾਚੇ ਤਾਏ ਜਿੱਦਾਂ ਘਰ ਇਕੱਠੇ ਹੋਣੇ ਵੇਲੀਆਂ ਇੱਕ ਦੂਜੇ ਦੇ, ਉਹ ਬਹੁਤ ਵਧੀਆ ਸੀਗਾ ਸੱਭਿਆਚਾਰ ਆਪਣਾ ਨਾ। ਉਹ ਚੀਜ਼ਾਂ ਪਿਆਰ ਉੱਥੋਂ ਖਤਮ ਹੋਇਆ ਜਾਂਦਾ। ਮੈਨੂੰ ਲੱਗਦਾ ਨਹੀਂ ਕਿ ਉਹ ਸ਼ਾਇਦ ਮੁੜ ਕੇ ਸਮਾਂ ਉਹ ਆਊਗਾ ਵੀ ਨਹੀਂ, ਹੈ ਨਾ। ਨਹੀਂ ਤੇ ਅਰਦਾਸ ਕਰ ਸਕਦੇ ਹਾਂ ਵੀ ਸੱਚੇ ਪਾਤਸ਼ਾਹ ਫੇਰ ਉਦਾਂ ਦਾ ਮਾਹੌਲ ਆ ਜਾਵੇ, ਹੈ ਨਾ, ਆ ਜਾਵੇ। ਪਰ ਚਲੋ ਇਹੀ ਕਹਿ ਸਕਦੇ ਹਾਂ ਕਿ ਜੋ ਵੀ ਹੋਵੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਹੋਵੇ। ਹਾਂਜੀ, ਤੁਹਾਡੇ ਅੱਗੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਜਾਣਨਾ ਚਾਹਾਂਗੇ ਕਿ ਹੋਰ ਗੀਤ ਆ ਰਹੇ ਨੇ ਅੱਗੇ? ਹਾਂਜੀ ਬਹੁਤ ਵਧੀਆ ਮੇਰੇ ਸੌਂਗ ਵਧੀਆ ਤਰੀਕੇ ਨਾਲ ਆ ਰਹੇ ਆ। ਹੁਣ ਇੱਕ ਧਾਰਮਿਕ ਕਰਕੇ ਆਇਆ ਮੈਂ, ਥੋੜ੍ਹੇ ਦਿਨ ਹੋਏ ਆ ਸੌਂਗ, ਤੇ ਉਹ ਵਧੀਆ ਤਰੀਕੇ ਨਾਲ ਉਹ ਗਾਣਾ ਆ ਰਿਹਾ ਵਧੀਆ। ਤੇ ਉਹ ਕਿਹਨਾਂ ਨੇ ਲਿਖਿਆ ਹੈ? ਉਹ ਹਾਲੇ ਮੈਂ ਦੱਸਣਾ ਨਹੀਂ ਚਾਹੁੰਦਾ ਨਾ ਗਾਣੇ ਬਾਰੇ ਜ਼ਿਆਦਾ। ਅੱਛਾ। ਤੇ ਵਧੀਆ ਆ ਰਿਹਾ ਉਹ ਪ੍ਰੋਜੈਕਟ, ਉਹ ਬਹੁਤ ਸੋਹਣਾ, ਤੇ ਮਾਲਕ ਚਾਹੇ ਕਿਰਪਾ ਕਰੇ ਅਤਲ ਜਵਾਏ ਦੇ ਮੈਂ ਰਿਕਾਰਡ ਕਰਕੇ ਆਇਆ, ਮਿਊਜ਼ਿਕ ਉਹਨਾਂ ਦਾ ਹੋਊਗਾ ਵੈਸੇ, ਤੇ ਵਧੀਆ ਲਿਖਿਆ ਉਹਨਾਂ ਦਾ ਸੌਂਗ ਵੀ। ਡਾਇਰੈਕਟਰ ਦਾ ਵੱਡਾ ਨਾਮ ਆ ਤੇ ਬਹੁਤ ਵਧੀਆ ਉਹ ਵੀ ਸੌਂਗ ਆ। ਇੱਕ ਘਮਾਣ ਸਾਹਿਬ ਦਾ ਹੁਣ ਕੀਤਾ, ਜਿੰਦ ਘਮਾਣ ਦਾ, ਘਮਾਣਾ ਵਾਲੇ ਭਾਜੀ ਜਿੰਦ ਜੀ ਦਾ, ਉਹਨਾਂ ਦਾ ਉਹ ਸੇਮ ਚਰਖਾ ਸਟਾਈਲ ਗੀਤ ਆ, ਤੇ ਉਹ ਵੀ ਉਹ ਗਾਣੇ ਤੇ ਮੈਨੂੰ ਆਸ ਬਹੁਤ ਵਧੀਆ ਗਾਣਾ ਉਹ ਸੱਭਿਆਚਾਰ। ਤੇ ਹੋਰ ਵੀ ਸੌਂਗ ਮੇਰੇ ਆ ਰਹੇ ਆ, ਕਾਫੀ ਕੀਤੇ ਆ, ਤੇ ਬਾਕੀ ਮਾਲਕ ਚਾਹੇ ਇਦਾਂ ਹੀ ਚੱਲਦਾ ਰਹੇ, ਟਾਈਮ ਪਾਸ ਕਰੀ ਜਾਂਦੇ ਆ, ਸਤਿਗੁਰ ਕਿਰਪਾ ਕਰੇ ਜੀ। ਹਾਂਜੀ, ਅੱਜ ਆਖਰ ਦੇ ਵਿੱਚ ਇਹ ਕਹਿਣਾ ਚਾਹੂੰਗੀ, ਅੱਜ ਫਰਾਈਡੇ ਤੇ ਇਹਨਾਂ ਦਾ ਇੱਕ ਫਰਾਈਡੇ ਗੀਤ ਵੀ ਆਇਆ ਸੀ ਸਬੱਬੀ, ਤੇ ਮਤਲਬ ਤੌਰ ਦੇ ਨਾਲ ਮੈਂ ਕਹਿ ਲਵਾਂ ਕਿ ਅੱਜ ਸਬੱਬੀ ਆ ਸ਼ੁੱਕਰਵਾਰ ਹੀ ਹੈ, ਤੇ ਮੈਂ ਚਾਹੂੰਗੀ 2 ਲਾਈਨਾਂ ਉਸ ਗੀਤ ਦੀਆਂ ਹੋ ਜਾਣ ਫਰਾਈਡੇ ਦੀਆਂ, ਜੋ ਮਨੀ ਸੰਧੂ ਨਾਲ ਤੁਹਾਡਾ ਗੀਤ ਆਇਆ ਸੀਗਾ। ਬਹੁਤ ਹੀ ਪਿਆਰਾ ਗੀਤ ਆ ਸਾਡਾ, ਉਹ ਸੌਂਗ ਵੀ ਬਹੁਤ ਪਸੰਦ ਕੀਤਾ ਗਿਆ, ਵਧੀਆ ਗੀਤ ਆ। ਅੱਜ ਦਿਨ ਫਰਾਈਡੇ ਦਾ ਵੀ, ਅੱਜ ਦਿਨ ਫਰਾਈਡੇ ਦਾ, ਦਿਲ ਸਾਰਿਆਂ ਨੇ ਖੁਸ਼ ਕਰਨਾ ਵੀ ਅੱਜ ਦਿਨ ਫਰਾਈਡੇ ਦਾ। ਵਾਹ। ਸੋ ਸਾਰੇ ਵੀਕਐਂਡ ਦੀ ਵੇਟ ਕਰਦੇ ਹੁੰਦੇ, ਫਰਾਈਡੇ ਕਦੋਂ ਆਏ, ਸੈਟਰਡੇ ਕਦੋਂ ਆਏ। ਮੈਨੂੰ ਲੱਗਦਾ ਗਾਣਾ ਬਹੁਤ ਲੋਕਾਂ ਨੇ ਪਸੰਦ ਵੀ ਕੀਤਾ ਸੀ, ਯੂਕੇ ਦੇ ਵਿੱਚ ਤੇ ਬਹੁਤ ਜ਼ਿਆਦਾ ਫੇਮਸ ਹੋਇਆ ਸੀ। ਮੈਂ ਨਾ ਫਰਾਈਡੇ ਮੈਨੂੰ ਪਤਾ ਨਹੀਂ ਕਿੰਨੀਆਂ ਕਾਲਾਂ ਆਉਣੀਆਂ ਵੀ ਤੁਹਾਡਾ ਸੌਂਗ ਲੱਗਾ ਸੁਣੋ। ਹਾਂ, ਅਜੇ ਕਰ ਦਿੰਦੇ ਆ ਕਈ ਰਾ ਮੁੰਡੇ। ਹਾਂਜੀ ਜੀ, ਥੈਂਕ ਯੂ ਸੋ ਮਚ ਮਨਜੀਤ ਜੀ, ਸਾਨੂੰ ਆਪਣਾ ਸਮਾਂ ਦੇਣ ਦੇ ਲਈ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਜਿੰਨੇ ਵੀ ਤੁਹਾਡੇ ਪ੍ਰੋਜੈਕਟਸ ਹੈ, ਜਿੰਨੇ ਵੀ ਗਾਣੇ ਹੈ, ਉਹਨਾਂ ਨੂੰ ਲੋਕ ਬਹੁਤ ਪਸੰਦ ਕਰਨ, ਚਾਹੇ ਉਹ ਸ਼ਬਦ ਹੋਣ। ਲੋਕੀ ਤੁਹਾਨੂੰ ਸ਼ੁਰੂ ਤੋਂ ਸੁਣਦੇ ਆ ਰਹੇ ਨੇ, ਸ਼ੁਰੂਆਤੀ ਸਮੇਂ ਤੋਂ। ਇਹੀ ਚਾਹੁੰਦੇ ਹਾਂ ਕਿ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਵਧੀਆ ਹੋਵੇ। ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਜਾਂਦੇ ਜਾਂਦੇ? ਥੈਂਕ ਯੂ ਜੀ, ਮਿਹਰਬਾਨੀ। ਮੈਂ ਕੀ ਕਹਿਣਾ ਚਾਹੁੰਦਾ, ਕਿਉਂਕਿ ਸਾਡੇ ਜਿਹੜੇ ਸਰੋਤੇ ਆਪ ਬੜੇ ਸਿਆਣੇ ਆ, ਤੇ ਬਹੁਤ ਮੈਂ ਤਾਂ ਇਹੀ ਕਹੂੰਗਾ ਵੀ ਆਪਣਾ ਖਿਆਲ ਰੱਖਣ ਸਿਹਤ ਦਾ, ਕਿਉਂਕਿ ਮੌਸਮ ਬੜਾ ਹੁਣ ਠੰਡ ਜ਼ਿਆਦਾ ਸ਼ੁਰੂ ਹੋ ਜਾਣੀ ਆ, ਤੇ ਗਰਮ ਕੱਪੜੇ ਪਹਿਨ ਤੇ ਨਿੱਘਾ ਰਹਿਣਾ, ਆਪਣੀਆਂ ਮੌਜਾਂ ਕਰਨ। ਥੈਂਕ ਯੂ, ਮਿਹਰਬਾਨੀ। ਥੈਂਕ ਯੂ ਸੋ ਮਚ। ਸੋ ਇਸ ਸਾਡੇ ਨਾਲ ਮਨਜੀਤ ਪੱਪੂ ਜੀ, ਉਮੀਦ ਕਰਦੇ ਹਾਂ ਇੰਟਰਵਿਊ ਤੁਹਾਨੂੰ ਵਧੀਆ ਲੱਗੀ ਹੋਵੇਗੀ। ਅਗਲੀ ਵਾਰ ਕਿਸੇ ਹੋਰ ਆਰਟਿਸਟ ਨੂੰ ਤੁਹਾਡੇ ਮੁਖਾਤਿਬ ਕਰਾਵਾਂਗੇ, ਤੁਹਾਡੇ ਰੂਬਰੂ ਕਰਾਵਾਂਗੇ, ਪਰ ਇਹ ਜਿਹੜੀ ਇੰਟਰਵਿਊ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਮਿਲਦੇ ਅਗਲੀ ਵਾਰ, ਉਦੋਂ ਤੱਕ ਮੈਨੂੰ ਯਾਨੀ ਕਿ ਨੇਹਾ ਮਨਹਾਸ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।